ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਬੇਅੰਤ ਕਿਰਪਾ ਰਹਿਮਤ ਹੋਈ ਹੈ ਜੋ ਭਾਈ ਸ਼ਾਮ ਦੇ ਸਮੇਂ ਸਤ ਸੰਗਤ ਘੜੀਆਂ ਪ੍ਰਾਪਤ ਹੋਈਆਂ ਹਨ। ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਸ਼ਾਮ ਦਾ ਸਮਾਂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਸਤਿਗੁਰੂ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਗੁਰਮੁਖ ਪਿਆਰੇ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ। ਕੱਲ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਵੱਖ-ਵੱਖ ਸਿੱਖਾਂ ਨੂੰ ਜੋ ਆਤਮ ਆਨੰਦ ਪਰਮੇਸ਼ਰ ਦੇ ਮਿਲਾਪ ਦਾ ਉਪਦੇਸ਼ ਬਖਸ਼ਿਆ ਹੈ, ਫਿਰ ਇਹਦੇ ਨਾਲ ਹੀ ਪੰਜਵੇਂ ਘਰ ਦਾ ਪ੍ਰਸੰਗ ਕਿ ਸਿੱਧੂ ਕੁਲ ਦੇ ਵਿੱਚ ਜੱਟ ਪਰਿਵਾਰ ਵਿੱਚ ਪੈਦਾ ਹੋਏ ਇੱਕ ਭਾਈ ਆਦਮ। ਇਹਦਾ ਨਗਰ ਪੁੱਚੋ ਹੈ। ਇਹ ਇਲਾਕਾ ਜਿਹੜਾ ਮਾਲਵਾ ਸੀ, ਸਿੱਧੂ ਗੋਤ ਬਹੁਤ ਵੱਡਾ ਗੋਤ, ਸੈਂਕੜੇ ਪਿੰਡ ਸਿੱਧੂ ਵਡੇਰਿਆਂ ਨੇ ਵਸਾਏ। ਭੁੱਲਰ ਗੋਤ ਵੀ ਇਸ ਇਲਾਕੇ ਵਿੱਚ ਬਹੁਤ ਵੱਡਾ ਸੀ। ਫਿਰ ਬਰਾੜ ਗੋਤ, ਇਹ ਗੁਰਮੁਖੋ ਜੱਟ ਜ਼ਿਮੀਂਦਾਰਾਂ ਦੇ ਗੋਤ, ਜਿਨ੍ਹਾਂ ਕਿੰਨੇ ਹੀ ਨਗਰ ਇੱਧਰ ਵਸਾਏ। ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ 6ਵੇਂ ਪਾਤਸ਼ਾਹ ਤੋਂ ਬਹੁਤ ਜ਼ਿਆਦਾ ਸਿੱਖੀ ਧਾਰਨ ਕੀਤੀ। 5ਵੇਂ ਪਾਤਸ਼ਾਹ ਤੋਂ ਹੀ ਗੁਰੂ ਘਰ ਦੇ ਵਿੱਚ ਬਰਕਤਾਂ। ਇਸ ਤਰ੍ਹਾਂ ਪਹਿਲਾਂ ਹੌਲੀ ਹੌਲੀ ਕੋਈ ਕੋਈ ਪਰਿਵਾਰ ਜੁੜਦਾ ਸੀ। ਇਸ
ਆਦਮ ਜੱਟ ਦੇ ਘਰ ਕੰਮਕਾਰ ਬਥੇਰਾ, ਜਾਇਦਾਦ ਵਾਧੂ ਹੈ, ਪੈਸੇ ਦੀ ਕੋਈ ਕਮੀ ਨਹੀਂ। ਪਰ ਜੇ ਕਮੀ ਹੈ, ਘਰ ਵਿੱਚ ਕੋਈ ਔਲਾਦ ਨਹੀਂ ਸੀ। ਤੇ ਜਦੋਂ ਇਸ ਤਰ੍ਹਾਂ ਦੀ ਵੱਡੀ ਲੋੜ ਹੋਵੇ, ਜਿਹਨੇ ਕਿਸੇ ਨੇ ਕਿਤੇ ਦੱਸਣਾ, ਉੱਥੇ ਜਾ ਕੇ ਉਸੇ ਤਰ੍ਹਾਂ ਦੀ ਮੰਨਤਾ ਪੂਜਾ ਕਰਨੀ, ਸਾਧੂਆਂ ਪੀਰਾਂ ਫਕੀਰਾਂ ਦੀ ਸੇਵਾ ਕੀਤੀ। ਬਹੁਤ ਸਮਾਂ ਲੰਘ ਗਿਆ, ਪਰ ਜਿਹੜੀ ਅਭਿਲਾਸ਼ਾ ਸੀ ਉਹ ਪੂਰੀ ਨਾ ਹੋਈ। ਗੁਰੂ ਕੇ ਸਿੱਖ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਚੱਕਰਵਰਤੀ ਤੌਰ ਤੇ ਇਉਂ ਵੱਖ-ਵੱਖ ਇਲਾਕਿਆਂ ਵਿੱਚ ਘੁੰਮ ਕੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਘਰ-ਦਰ ਦੀ ਸਿੱਖੀ ਦਾ ਪ੍ਰਚਾਰ ਕਰਦੇ ਸਨ। ਕੋਈ ਗੁਰਸਿੱਖ ਦਾ ਮਿਲਾਪ ਹੋਇਆ। ਇਹਦੀ ਆਦਤ ਸੀ, ਕੋਈ ਵੀ ਆਉਂਦਾ ਉਹਨੂੰ ਆਪਣੇ ਘਰ ਲੈ ਕੇ ਜਾਂਦਾ ਸੀ। ਤਾਂ ਉਹ ਸਿੱਖ ਨੂੰ ਬੇਨਤੀ ਕੀਤੀ, ਜਦੋਂ ਕੋਈ ਨਗਰ ਵਿੱਚ ਉਹਨੇ satsang ਕੀਤਾ, ਵੀ ਗੁਰਮੁਖ ਪਿਆਰਾ ਘਰ ਚੱਲ ਭਾਈ, ਪ੍ਰਸ਼ਾਦਾ ਪਾਣੀ ਉੱਥੇ ਛਕੀ, ਰਹਿਸ ਕਰਾਉਨੇ ਆ ਤੇਰੀ। ਤਾਂ ਉਹ ਗੁਰਸਿੱਖ ਇਸ ਭਾਈ ਆਦਮ ਜੱਟ ਦੇ ਘਰ ਚਲਿਆ ਗਿਆ ਤੇ ਸਾਰਾ ਕੁਝ ਵੇਖ ਕੇ ਧਨ ਬਥੇਰਾ ਹੈ, ਪਸ਼ੂ ਮਾਲ ਡੰਗਰ ਹੋਰ ਖੇਤੀਬਾੜੀ ਦੇ ਔਜ਼ਾਰ ਸਮੇਂ ਦੇ ਬਹੁਤ ਨੇ, ਕਾਰੋਬਾਰ ਬਹੁਤ ਹੈ। ਪੁੱਛਿਆ ਕੋਈ ਬੱਚਾ ਨਹੀਂ ਦੱਸਦਾ। ਕਹਿਣ ਲੱਗਿਆ ਜੀ ਕੋਈ ਘਰ ਵਿੱਚ ਔਲਾਦ ਨਹੀਂ ਹੈ। ਬਹੁਤ ਜਗ੍ਹਾ ਪੀਰ ਫਕੀਰ ਮਨਾ ਲਏ, ਜੋ ਕਿਸੇ ਨੇ ਉਪਾਅ ਦੱਸਿਆ ਉਹ ਕਰ ਲਏ। ਸਿੱਖ ਕਹਿਣ ਲੱਗਿਆ ਫਿਰ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਬੇਨਤੀ ਕਰ, ਉਹ ਕਿਰਪਾ ਕਰਨਗੇ। ਇਸ ਸਮੇਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਮਾਲਕ ਸ੍ਰੀ ਅੰਮ੍ਰਿਤਸਰ ਸਾਹਿਬ ਚੌਥੇ ਪਾਤਸ਼ਾਹ ਹਨ। ਤੇ ਇਹ ਗੱਲ ਸੁਣ ਕੇ ਫਿਰ ਇਹਨੇ ਮਨ ਵਿੱਚ ਵਿਚਾਰਿਆ, ਹੁਣ ਤੇ ਉਮਰ ਵੀ ਬਿਰਧ ਹੋ ਗਈ ਹੈ, ਕਦੇ ਸੁੱਕੇ ਦਰਖਤਾਂ ਨੂੰ ਵੀ ਫਲ ਲੱਗੇ ਨੇ। ਸੰਸਾ ਹੋਇਆ। ਫਿਰ ਮਨ ਵਿੱਚ ਹੀ ਫੁਰਨਾ ਹੋਇਆ, ਚਲੋ ਨਾ ਔਲਾਦ ਹੋਊ, ਘੱਟੋ ਘੱਟ ਮਹਾਰਾਜ ਦੀ ਸੇਵਾ ਕਰਕੇ ਜੀਵਨ ਤੇ ਸਫਲ ਹੋਊ, ਪਰਲੋਕ ਹੀ ਸਵਰ ਜਾਵੇਗਾ, ਮੁਕਤੀ ਪ੍ਰਾਪਤ ਹੋ ਜਾਊਗੀ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਆਪਣੀ ਧਰਮ ਪਤਨੀ ਸਮੇਤ। ਤੋ ਇੱਥੇ ਫਿਰ ਭਾਈ ਆਦਮ ਸਿੱਧੂ ਜੱਟ ਮਹਾਰਾਜ ਦੇ ਦਰ ਤੇ ਸੇਵਾ ਕੀ ਕਰਨੀ, ਲੰਗਰ ਵਿੱਚ ਜੰਗਲ ਵਿੱਚੋਂ ਜਾ ਕੇ ਸੁੱਕੀਆਂ ਲੱਕੜਾਂ ਦੀ ਇੱਕ ਪੰਡ ਲੰਗਰ ਵਿੱਚ ਲਿਆਉਣੀ, ਇੱਕ ਜਮ੍ਹਾਂ ਕਰਕੇ ਰੱਖਣੀ। ਗੁਰੂ ਸਾਹਿਬ ਜੀ ਸਿਆਲ ਦੀ ਰੁੱਤ ਸੀ। ਇਤਿਹਾਸਕਾਰਾਂ ਨੇ ਮਾਘ ਮਹੀਨਾ ਦੱਸਿਆ। ਕਿਤੇ ਪ੍ਰਚਾਰ ਤੋਂ ਬਾਅਦ ਮਾਘ ਦੀ ਸੰਗਰਾਂਦ ਨੂੰ ਮਹਾਰਾਜ ਜੀ ਇਉਂ ਇੱਕ ਦਿਨ ਪਹਿਲਾਂ ਜਿਹੜੀ ਸੰਗਰਾਂਦ ਵਾਲੀ ਰਾਤਰੀ ਹੈ, ਰਾਤ ਨੂੰ ਸਤਿਗੁਰੂ ਜੀ ਸੰਗਤਾਂ ਸਮੇਤ ਪਹੁੰਚੇ ਹੈ। ਕਿਉਂਕਿ ਦੂਜੇ ਦਿਨ ਸੰਗਰਾਂਦ ਦਾ ਸਮਾਂ ਸੀ। ਬਹੁਤ ਲੋਕ ਸਿੱਖੀ ਧਾਰਨ ਕੀਤੀ, ਗੁਰੂ ਦਾ ਉਪਦੇਸ਼ ਸੁਣਨ ਵਾਸਤੇ ਆਉਂਦੇ। ਮਹਾਰਾਜ ਨਾਲ ਬਹੁਤ ਸੰਗਤ ਵੀ ਆਈ ਤੇ ਇੱਧਰ ਬਾਰਿਸ਼ ਪੈਣ ਲੱਗੀ, ਠੰਡ ਬਹੁਤ ਸੀ। ਇਹਨੇ ਫਿਰ ਇਹ ਭਾਵਨਾ ਜਾਗੀ ਕਿ ਇੱਕ ਇੱਕ ਪੰਡ ਚੁੱਕਣੀ, ਜਿੱਥੇ ਜਿੱਥੇ ਸੰਗਤ ਦਾ ਰਾਤਰੀ ਡੇਰਾ ਸੀ ਉੱਥੇ ਉੱਥੇ ਪਹੁੰਚਦੀ ਕਰਤੀ। ਇਉਂ ਅੰਗੀਠੀਆਂ ਜਲਾ ਦਿੱਤੀਆਂ। ਅੱਗ ਦੇ ਸੇਕ ਨਾਲ ਸਾਰੀਆਂ ਸੰਗਤਾਂ ਖੁਸ਼ ਹੋਈਆਂ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਰਾਤਰੀ ਨੂੰ ਉੱਚੀ ਜਗ੍ਹਾ ਖੜ ਕੇ ਸਾਰੀਆਂ ਸੰਗਤਾਂ ਵੱਲ ਨਿਗਾਹ ਮਾਰਦੇ ਐ। ਅੱਗ ਬਲ ਰਹੀ ਹੈ ਡੇਰਿਆਂ ਵਿੱਚ ਤੇ ਸਤਿਗੁਰੂ ਜੀ ਪ੍ਰਸੰਨ ਹੋਏ। ਤਾਂ ਫਿਰ ਪੁੱਛਿਆ, ਭਾਈ ਇਹ ਕੌਣ ਹੈ? ਦੱਸਿਆ ਜੀ ਇੱਕ ਸਿੱਖ ਹੈ, ਉਹਨੇ ਇਹ ਲੱਕੜਾਂ ਦੀਆਂ ਪੰਡਾਂ ਲਿਆ ਕੇ ਸੰਗਤਾਂ ਦੇ ਡੇਰਿਆਂ ਵਿੱਚ ਰੱਖੀਆਂ। ਕੋਲ ਲਾਂਗਰੀ ਗੁਰਸਿੱਖ ਖੜਾ, ਉਹਨੇ ਨਾਲ ਹੀ ਕਿਹਾ, ਮਹਾਰਾਜ ਰੋਜ਼ ਇੱਕ ਪੰਡ ਉਹ ਲੰਗਰ ਵਿੱਚ ਵੀ ਲਿਆ ਕੇ ਰੱਖਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਕਿਹੜਾ ਐਸਾ ਗੁਰਸਿੱਖ ਹੈ? ਜਾਓ, ਉਹਦੀ ਘਾਲ ਥਾਂ ਪੈ ਗਈ ਹੈ, ਉਹਨੂੰ ਕਹੋ ਜਿਹੜਾ ਤੇਰੇ ਮਨ ਦਾ ਮਨੋਰਥ ਹੈ ਉਹ ਹੁਣ ਪੂਰਾ ਕਰ ਦਈਏ। ਉਸ ਸਿੱਖ ਨੂੰ ਭਾਲ ਕੇ ਲਿਆਓ। ਤਾਤ ਕਾਲ ਸਿੱਖਨ ਟੋਲਾਏ, ਕਹਿਓ ਤੋਹੇ ਸਤਿਗੁਰੂ ਬੁਲਾਏ।
ਤੁਰੰਤ ਸਿੱਖਾਂ ਨੇ ਭਾਲ ਕੀਤੀ। ਜਿੱਥੇ ਸੀ ਜਾ ਕੇ ਕਿਹਾ, ਭਾਈ ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੁਲਾਇਆ ਹੈ। ਤਾਂ ਗੁਰੂ ਸਾਹਿਬ ਜੀ ਦੇ ਇਹ ਫਿਰ ਕੋਲ ਪਹੁੰਚਿਆ। ਆਓ ਪ੍ਰੇਮ ਸਹਿਤ ਅਗਲਾ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰਖਤ ਆਏ ਬੰਦ ਕਰ ਜੋਰ। ਪ੍ਰਸੰਨ ਹੋ ਕੇ ਆ ਕੇ ਨੇ ਭਾਈ ਹੱਥ ਜੋੜ ਕੇ ਬੰਦਨਾ ਕੀਤੀ। ਠਾਡੋ ਭਇਓ ਗੁਰੂ ਮੁਖ ਓਰ। ਗੁਰੂ ਸਾਹਿਬ ਵੱਲ ਮੁਖ ਕਰਕੇ ਸਾਹਮਣੇ ਖੜ ਗਿਆ ਹੈ। ਦੇਖ ਗੁਰੂ ਨੇ ਬਾਕ ਉਚਾਰਾ। ਦੇਖ ਕੇ ਸਤਿਗੁਰਾਂ ਨੇ ਇਹਨੂੰ ਬਚਨ ਕਹੇ ਹਨ। ਕੌਣ ਮਨੋਰਥ ਤਹਿ ਔਰ ਧਾਰਾ। ਭਾਈ ਤੂੰ ਕੀ ਆਪਣੇ ਮਨ ਅੰਦਰ ਮਨੋਰਥ ਇੱਛਾ ਧਾਰੀ ਹੈ। ਤੇਰੀ ਘਾਲ ਭਰੀ ਸਭ ਥਾਏ। ਤੇਰੀ ਜਿਹੜੀ ਸੇਵਾ ਘਾਲ ਹੈ ਕਮਾਈ ਉਹ ਸਾਰੀ ਥਾਂ ਪੈ ਗਈ ਹੈ। ਭਾਵ ਸਤਿਗੁਰੂ ਦੀ ਪ੍ਰਸੰਨਤਾ ਹੋ ਗਈ। ਥਾਂ ਪੈਣਾ ਕਿ ਗੁਰੂ ਸਾਹਿਬ ਸੇਵਾ ਦੇਖ ਕੇ ਪ੍ਰਸੰਨ ਹੋ ਜਾਣ ਤੇ ਉਹ ਸੇਵਾ ਗੁਰਮੁਖੋਂ ਥਾਂ ਪੈ ਜਾਂਦੀ ਹੈ। ਸੇਵਾ ਕਰਨੀ ਇਸ ਵਾਸਤੇ ਹੀ ਹੁੰਦੀ ਹੈ ਨਾ ਕਿ ਮਹਾਰਾਜਾ ਦੀ ਪ੍ਰਸੰਨਤਾ ਮਿਲ ਜਾਵੇ। ਮਾਂਗ ਲਿਹੋ ਬਰ ਸੋ ਅਬ ਪਾਏ। ਮਹਾਰਾਜ ਕਹਿੰਦੇ ਜੋ ਮਰਜੀ ਇੱਛਾ ਹੈ ਬਰ ਮੰਗ ਲੈ, ਹੁਣ ਇਹੀ ਭਾਈ ਪ੍ਰਾਪਤ ਹੋ ਜਾਵੇਗਾ। ਆਦਮ ਜਾਟ ਬਾਕ ਸੁਨ ਗੁਰ ਕੋ। ਇਹ ਭਾਈ ਆਦਮ ਸਿੱਧੂ ਜੱਟ ਗੁਰੂ ਸਾਹਿਬ ਦੇ ਬਚਨ ਸੁਣ ਕੇ ਕਹਿ ਨਹਿ ਸਕੈ ਮਨੋਰਥ ਔਰ ਕੋ। ਆਪਣੇ ਮਨ ਦਾ ਇਹ ਮਨੋਰਥ ਕਹਿ ਨਾ ਸਕਿਆ। ਮੈਂ ਬਹੁ ਬ੍ਰਿਧ ਕਹਾਂ ਸੁਤ ਹੋਏ। ਮਨ ਚ ਸੋਚਿਆ ਇੱਛਾ ਤੇ ਔਲਾਦ ਪੁੱਤਰ ਦੀ, ਪਰ ਹੁਣ ਮੈਂ ਬਿਰਧ ਹੋ ਗਿਆ ਹਾਂ, ਉਮਰ ਹੋ ਗਈ ਹੈ। ਇਤਿਹਾਸ ਵਿੱਚ ਲਿਖਿਆ 70 ਸਾਲ ਦੀ ਉਮਰ ਹੋ ਗਈ। ਇਸ ਤਰ੍ਹਾਂ ਮਨ ਵਿੱਚ ਹੋਇਆ ਹੁਣ ਇੱਕ ਹੀ ਪੁੱਤਰ ਹੋਣਾ ਹੈ। ਜਾਂ ਤੇ ਮੰਗਤ ਭਾ ਨਹਿ ਸੋਏ। ਇਸ ਕਰਕੇ ਔਲਾਦ ਦੀ ਮੰਗ ਕਰਨੀ ਹੁਣ ਸੋਭਦੀ ਨਹੀਂ। ਮਨ ਕੀ ਗਤ ਲਖੇ ਅੰਤਰ ਜਾਮੀ। ਇਹਦੇ ਮਨ ਦੀ ਭਾਈ ਹਾਲਤ ਨੂੰ ਜਾਣ ਕਰਕੇ ਅੰਤਰਜਾਮੀ ਗੁਰੂ ਰਾਮਦਾਸ ਜੀ ਕਹਿਤ ਭਏ ਸ੍ਰੀ ਸਤਿਗੁਰ ਸੁਆਮੀ। ਸੁਭਾਏ ਮਨ ਸਤਿਗੁਰੂ ਮਾਲਕ ਗੁਰੂ ਰਾਮਦਾਸ ਜੀ ਕਹਿਣ ਲੱਗੇ, ਮਨ ਤੁਮਰੇ ਇੱਛਾ ਸੁਤ ਕੇਰੀ। ਕਿਉਂਕਿ ਇਤਿਹਾਸ ਹੈ ਸੰਖੇਪ ਕਰਕੇ ਲਿਖਿਆ ਹੋਇਆ। ਮਹਾਰਾਜ ਨੇ ਕਿਹਾ ਸੀ ਜਾ ਆਪਣੀ ਧਰਮ ਪਤਨੀ ਨੂੰ ਪੁੱਛ ਲਾ। ਇਹਨੇ ਫਿਰ ਜਾ ਕੇ ਉਹਨੂੰ ਕਿਹਾ, ਉਹਨੂੰ ਨਾਲ ਲੈ ਕੇ ਆਇਆ। ਦੂਜੇ ਦਿਨ ਇਉਂ ਸਾਰੀ ਇੱਛਾ ਕੀਤੀ। ਉਹਨੇ ਫਿਰ ਆ ਕੇ ਬੇਨਤੀ ਕਰਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਮਨ ਦੀ ਜਾਣ ਕੇ ਕਿਹਾ, ਮਨ ਤੁਮਰੇ ਇੱਛਾ ਸੁਤ ਕੇਰੀ। ਤੇਰੇ ਮਨ ਵਿੱਚ ਪੁੱਤਰ ਦੀ ਜੋ ਇੱਛਾ ਹੈ, ਲਿਖਿਓ ਨਾ ਤੁਮਰੇ ਮਾਥੇ ਹੇਰੀ। ਅਸੀਂ ਭਾਈ ਵੇਖ ਲਿਆ ਆਦਮ, ਤੇਰੇ ਮੱਥੇ ਤੇ ਪੁੱਤਰ ਔਲਾਦ ਪ੍ਰਾਪਤੀ ਨਹੀਂ ਲਿਖੀ ਹੈ। ਪਰ ਤੁਮ ਘਾਲੀ ਘਾਲ ਮਹਾਨਾ। ਪਰ ਤੂੰ ਸੇਵਾ ਘਾਲਣਾ ਬਹੁਤ ਘਾਲੀ ਹੈ। ਬਰ ਦੇਵਨ ਹਮ ਬਾਕ ਬਖਾਨਾ। ਤਾਂ ਹੁਣ ਇਹ ਤੈਨੂੰ ਬਰ ਦੇਣ ਵਾਸਤੇ ਅਸੀਂ ਤੈਨੂੰ ਇਹ ਬਚਨ ਕਰਦੇ ਹਾਂ। ਇਹ ਕਾਰਨ ਤੇ ਸੁਤ ਗ੍ਰਹਿ ਹੋ ਹੈ। ਆ ਕਾਰਨ ਕਰਕੇ ਤੇਰੇ ਘਰ ਪੁੱਤਰ ਪੈਦਾ ਹੋਵੇਗਾ। ਜਿਸ ਤੇ ਬੰਸ ਬ੍ਰਿਧ ਜਗ ਸੋ ਹੈ। ਜਿਹੜਾ ਤੇਰੇ ਘਰ ਪੁੱਤਰ ਪੈਦਾ ਹੋਊ ਨਾ, ਉਹਦੀ ਬੰਸ ਬ੍ਰਿਧ ਜਗ ਸੋ ਹੈ, ਬਹੁਤ ਵਧੇਗੀ ਤੇ ਜਗਤ ਵਿੱਚ ਸੋਭਾ ਪਾਵੇਗੀ। ਭਗਤ ਸਰੂਪ ਹੋਏ ਲਖ ਲੀਜੈ। ਜਿਹੜਾ ਤੇਰੇ ਘਰ ਪੁੱਤਰ ਹੋਊ ਉਹ ਭਗਤੀ ਸਰੂਪ ਵਾਲਾ ਹੋਵੇਗਾ। ਇਹ ਤੂੰ ਜਾਣ ਲੈ। ਜਾਂ ਤੇ ਭਗਤੂ ਨਾਮ ਧਰੀਜੈ। ਜਾਂ ਤੇ ਭਗਤੂ ਨਾਮ ਰਖੀਜੈ।
ਇਸ ਕਰਕੇ ਭਾਈ ਆਦਮ ਉਹਦਾ ਨਾਂ ਭਾਈ ਭਗਤੂ ਰੱਖੀ ਤੂੰ। ਜਬ ਹਮ ਪੰਚਮ ਰੂਪ ਸੁਹਾਵੇ, ਜਦੋਂ ਅਸੀਂ ਪੰਜਵੇਂ ਰੂਪ ਵਿੱਚ ਸ਼ੋਭਾ ਪਾਵਾਂਗੇ, ਤਬ ਭਗਤੂ ਤਿਨ ਨਿਕਟ ਸੁਆਵੇ। ਉਦੋਂ ਇਹ ਜਿਹੜਾ ਤੇਰਾ ਪੁੱਤਰ ਭਗਤੂ ਹੋਏਗਾ ਨਾ, ਉਹ ਫਿਰ ਪੰਜਵੇਂ ਸਾਡੇ ਰੂਪ ਵਿੱਚ, ਭਾਵ ਇਸ਼ਾਰਾ ਕਰਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਦੋਂ ਸਾਡੇ ਕੋਲ ਆਵੇਗਾ। ਕਰੈ ਸੇਵ ਗੁਰ ਕੋ ਰੀਝਾਵੇ, ਬਹੁਤ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰੇਗਾ। ਜੀਵਨ ਮੁਕਤ ਅਵਸਥਾ ਪਾਵੇ, ਉਹ ਜੀਵਨ ਮੁਕਤ ਦੀ ਅਵਸਥਾ ਪਾ ਲਵੇਗਾ। ਅਬ ਤੁਮਰੀ ਪੂਰੀ ਭੀ ਕਾਲ, ਹੁਣ ਤੁਹਾਡੀ ਇਹ ਸੇਵਾ ਕਮਾਈ ਘਾਲ ਘਾਲੀ ਹੋਈ ਪੂਰਨ ਹੋ ਗਈ ਹੈ। ਜਾਵੋ ਸਦਨ ਬਸੋ ਸੁਖ ਨਾਲ, ਜਾਓ ਭਾਈ ਆਪਣੇ ਘਰ ਸੁੱਖਾਂ ਸਹਿਤ ਬਸ ਜਾਵੋ। ਸੁਨ ਬਾਂਛਤ ਦਾਨੀ ਬਚ ਗੁਰ ਕੇ, ਇਹ ਮਨ ਇੱਛਾ ਦੀ ਦਾਤ ਗੁਰੂ ਦੇ ਬਚਨ ਸੁਣ ਕਰਕੇ। ਦੰਪਤ ਬੰਦੈ ਸਿਰ ਧਰ ਧਰ ਕੇ, ਧਰਤੀ ਤੇ ਸਿਰ ਰੱਖ ਕੇ ਦੋਵੇਂ ਪਤੀ ਪਤਨੀ ਨੇ ਸਤਿਗੁਰਾਂ ਨੂੰ ਵੰਦਨਾ ਕੀਤੀ। ਆਗਿਆ ਤਬ ਸਤਿਗੁਰ ਕੀ ਪਾਏ, ਫਿਰ ਗੁਰੂ ਕਾ ਹੁਕਮ ਪਾ ਕਰਕੇ। ਬਸੇ ਜਾਏ ਕਰ ਆਪਣੇ ਥਾਏ, ਇਹ ਭਾਈ ਆਪਣੇ ਥਾਂ ਜਾ ਕੇ ਭੁੱਚੋ ਨਗਰ ਵਸ ਗਏ। ਜਪਤ ਨਾਮ ਬੀਤਿਓ ਕੁਛ ਕਾਲ, ਪਰਮੇਸ਼ਰ ਦਾ ਨਾਮ ਜਪਦਿਆਂ ਕੁਝ ਸਮਾਂ ਬੀਤਿਆ ਹੈ। ਜਨਮ ਲੀਨ ਵੱਡ ਭਾਗ ਸੁਬਾਲ, ਤਾਂ ਉਹ ਵੱਡੇ ਭਾਗਾਂ ਵਾਲੇ ਬਾਲਕ ਨੇ ਜਨਮ ਲਿਆ ਹੈ। ਦੰਪਤ ਭਏ ਪ੍ਰਸੰਨ ਵਿਸਾਲਾ, ਤਾਂ ਦੋਵੇਂ ਪਤੀ ਪਤਨੀ ਬਹੁਤ ਖੁਸ਼ ਹੋਏ ਹਨ। ਗੁਰ ਕੋ ਸਿਮਰਹਿ ਸਰਦਾ ਨਾਲਾ, ਗੁਰੂ ਨੂੰ ਭਾਈ ਸ਼ਰਧਾ ਦੇ ਨਾਲ ਇਹ ਸਿਮਰਦੇ ਚੇਤੇ ਕਰਦੇ ਹਨ। ਭਗਤੂ ਨਾਮ ਰੱਖਿਓ ਸਿਸ ਘੇਰਾ, ਆਪਣੇ ਉਸ ਪੁੱਤਰ ਦਾ ਨਾਮ ਫਿਰ ਜੇ ਮਹਾਰਾਜ ਨੇ ਜੋ ਕਿਹਾ ਸੀ ਇਹਨਾਂ ਭਗਤੂ ਰੱਖਿਆ ਹੈ। ਗੁਰ ਬਾਰ ਤੇ ਤਨ ਬ੍ਰਿਧਿਓ ਵਡੇਰਾ, ਗੁਰੂ ਸਾਹਿਬ ਦੇ ਬਚਨਾਂ ਕਰਕੇ ਉਹ ਤਨ ਕਰਕੇ ਬਹੁਤ ਵੱਡੀ ਉਮਰ ਦਾ ਉਹ ਹੋਇਆ ਹੈ। ਜੋ ਅਸ ਸਤਿਗੁਰ ਸ਼ਰਨ ਤੇ ਆਗੇ, ਜਿਹੜਾ ਭਾਈ ਇਸ ਤਰ੍ਹਾਂ ਸਤਿਗੁਰੂ ਦੀ ਕੋਈ ਸ਼ਰਨ ਨੂੰ ਦੇਖੋ ਤਿਆਗ ਦੇਵੇ, ਜਿਹਨੇ ਸ਼ਰਨ ਤੱਕੀ ਕਿੱਡੀਆਂ ਬਖਸ਼ਿਸ਼ਾਂ। ਇਹ ਭਾਈ ਭਗਤੂ ਦੀ ਅੰਸ਼ ਬੰਸ ਕਿੱਡੀ ਬਖਸ਼ਿਸ਼ ਹੋਈ, ਮਿਹਰਾਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ। ਗੁਰਮੁਖੋ ਰਿਆਸਤਾਂ ਦੇ ਮਾਲਕ ਬਣੇ, ਬਹੁਤ ਸੇਵਾ ਕੀਤੀ। 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਕਿੰਨੀ ਸੇਵਾ ਕੀਤੀ, ਤੇ ਗੁਰੂ ਸਾਹਿਬ ਨੇ ਇਹਨਾਂ ਸਿੱਧੂ ਜੱਟਾਂ ਦੇ ਬਹੁਤ ਬਖਸ਼ਿਸ਼ਾਂ ਕੀਤੀਆਂ। ਇਹ ਵਰ ਦਿੱਤੇ ਵੀ ਰਿਆਸਤਾਂ ਦੇ ਮਾਲਕ ਬਣਨਗੇ। ਬਾਬਾ ਬੰਦਾ ਸਿੰਘ ਬਹਾਦਰ ਮੌਕੇ ਅੱਗੇ ਹੋ ਕੇ ਜੰਗਾਂ ਯੁੱਧਾਂ ਦੇ ਵਿੱਚ ਫਿਰ ਉਹ ਰਿਆਸਤਾਂ ਦੇ ਮਾਲਕ ਬਣੇ। ਉਹ ਹੌਲੀ ਹੌਲੀ ਕਥਾ ਜਿਹੜੇ ਗੁਰੂ ਦੇ ਨਾਲ ਸੰਬੰਧਤ ਇਹਦੀ ਅੰਸ਼ ਵੰਸ਼ ਦੀ ਹੈ ਉਹ ਸੰਖੇਪ ਆਉਂਦੀ ਜਾਵੇਗੀ। ਉਸ ਤਰ੍ਹਾਂ ਆਪਾਂ ਸਰਵਣ ਕਰਦੇ ਜਾਵਾਂਗੇ। ਜੋ ਅਸ ਸਤਿਗੁਰ ਸ਼ਰਨ ਤਿਆਗੇ, ਕਹਿੰਦੇ ਇਤਨਾ ਮਹਾਨ ਏਡੇ ਵੱਡੇ ਸਤਿਗੁਰੂ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਜੋ ਐਸੇ ਭਾਈ ਸਤਿਗੁਰੂ ਦੀ ਸ਼ਰਨ ਨੂੰ ਹੀ ਛੱਡ ਦਿੰਦੇ ਨੇ, ਮਹਾਰਾਜ ਦੇ ਦਰ ਤੋਂ ਪਰੇ ਹੋ ਜਾਂਦੇ, ਟੁੱਟ ਜਾਂਦੇ ਹਨ। ਤਿੰਨ ਤੇ ਨਹਿ ਕੋ ਅਪਰ ਅਭਾਗੇ, ਉਹਨਾਂ ਨਾਲੋਂ ਤਾਂ ਜਾਣ ਲੋ ਕੋਈ ਵੱਡਾ ਮਾੜੇ ਭਾਗਾਂ ਵਾਲਾ ਨਹੀਂ ਹੈ। ਜੋ ਅੱਜ ਕੱਲ ਆਪਾਂ ਸੁਣਦੇ ਆ, ਕਿੰਨਾ ਹੋਆ ਫਲਾਣਾ ਸੀ ਉਹ ਈਸਾਈ ਬਣ ਗਿਆ, ਜਾਂ ਕਈ ਦੇਖਿਆ ਤੁਰੇ ਫਿਰਦੇ ਆ। ਉਹ ਕਹਿੰਦੇ ਜੀ ਉੱਥੇ ਕੋਈ ਐਵੇਂ ਬਿਮਾਰੀਆਂ ਤਾਂ ਹੁਣ ਗੁਰਮੁਖੋ ਚੱਲੀ ਜਾਂਦੀਆਂ। ਮਹਾਰਾਜ ਨੂੰ ਬੇਨਤੀ ਕਰੋ, ਗੁਰਬਾਣੀ ਪੜੋ, ਜਿਹੜੇ ਸਾਡੇ ਕਰਮ ਨੇ ਜੋ ਪਾਪ ਹੋਏ ਆ ਉਹ ਆਪਾਂ ਬਖਸ਼ਾਈਏ ਗੁਰੂ ਸਾਹਿਬ ਤੋਂ, ਤੇ ਬਾਕੀ ਪਰਮੇਸ਼ਰ ਦਾ ਨਾਮ ਜਪੀਏ ਤੇ ਘਰ ਦੇ ਵਿੱਚ ਰਹਿਣੀ ਬਹਿਣੀ ਬਣਾਈਏ। ਫਿਰ ਦਲਿੱਦਰੀ ਖਤਮ ਹੋ ਜਾਂਦੀ ਹੈ ਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਹ ਕਿਉਂਕਿ ਜਿੱਥੇ ਪਰਮੇਸ਼ਰ ਦਾ ਸਿਮਰਨ ਹੈ
ਤੁਸੀਂ ਇਹ ਦੇਖੋ, ਸਾਫ਼ ਸਫਾਈ ਜ਼ਰੂਰੀ ਹੈ। ਉੱਥੇ ਫਿਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਬਿਮਾਰੀ ਘੱਟ ਆਉਂਦੀ ਹੈ। ਕਈ ਘਰਾਂ ਵਿੱਚ ਆਪਾਂ ਦੇਖਦੇ ਹਾਂ ਬਿਮਾਰੀ ਨਹੀਂ ਜਾਂਦੀ। ਉਹਦਾ ਕਾਰਨ ਕੀ ਹੈ? ਸਾਫ਼ ਸਫਾਈ ਨਹੀਂ, ਬਾਣੀ ਨਹੀਂ ਪੜ੍ਹਨੀ, ਤੇ ਉਹ ਫਿਰ ਦਲਿੱਦਰੀ ਪੈਦਾ ਹੋ ਜਾਂਦੀ। ਉੱਥੇ ਦਲਿੱਦਰ ਘਰ ਕਰ ਲੈਂਦਾ ਹੈ ਤੇ ਉਹ ਕਿਰਤ ਕਮਾਈ ਵੀ ਕਰਦੇ ਡਾਊਨ ਹੋਈ ਜਾਂਦੇ ਆ। ਐਸਾ ਕੁਝ ਆਪਾਂ ਵੇਖਦੇ ਹਾਂ। ਦਸਵੰਧ ਨਹੀਂ ਕੱਢਦੇ ਤੋ ਜਿਹੜੇ ਭਾਈ ਫਿਰ ਉਹ ਅਧੋਗਤੀ 'ਚ ਪੈ ਜਾਂਦੇ ਆ। ਜਿਵੇਂ ਅੱਜ ਕੱਲ੍ਹ ਇਹ ਬਹੁਤਾ ਚੱਲ ਪਿਆ ਆ, ਥਾਂ ਥਾਂ ਉਹ ਸਾਈਆਂ ਉਹ ਡਰਾਮੇ ਜੇ ਕਰਦੇ ਆ। ਐਵੇਂ ਆ ਕਿ ਉਹ ਨੱਚਦੇ ਟੱਪਦੇ ਜੇ ਆਉਂਦੇ ਆ, ਭੂਤਾਂ ਕੱਢਤੀਆਂ ਨੂੰ ਜੀ ਠੀਕ ਕਰਤਾ, ਆਹ ਦੇਖੋ ਜੀ ਆ ਫਲਾਣੇ ਦੀਆਂ ਲੱਤਾਂ ਟੁੱਟੀਆਂ ਸੀ ਜੋੜਤੀਆਂ। ਇਹੋ ਜਿਹੇ ਪਖੰਡ ਕਈ ਜਗ੍ਹਾ ਤੇ ਤਾਂ ਹੱਦੋਂ ਹੀ ਗਾਹਾਂ ਲੰਘ ਗਏ, ਕਹਿੰਦੇ ਮਰਿਆ ਜਵਾਕ ਜਿਉਂਦਾ ਕਰਤਾ। ਦੇਖੋ ਤੇ ਲੋਕ ਉਹ ਵੇਖ ਕੇ ਪਖੰਡਾਂ ਵੱਲ ਨੂੰ ਭੱਜਦੇ ਆ। ਤੇ ਐਸੀ ਅਧੋਗਤੀ ਇੱਕ ਸਾਨੂੰ ਮਿਲਿਆ, ਉਹ ਸਾਈ ਬਣ ਗਿਆ। ਕਹਿੰਦਾ ਜੀ ਜਦੋਂ ਅਸੀਂ ਜਾਣ ਲੱਗੇ ਤੇ ਬਹੁਤ ਵਧੀਆ ਲੱਗਿਆ ਸਾਨੂੰ। ਇਹ ਉਦੋਂ ਕਹਿਣ ਵੀ ਕੋਈ ਪੈਸਾ ਨਾ ਕੋਈ ਧੇਲਾ ਨਾ ਮੰਗਣ, ਤੇ ਹੌਲੀ ਹੌਲੀ ਉਹਨਾਂ ਨੇ ਪ੍ਰੇਰਨਾ ਸ਼ੁਰੂ ਕਰਤਾ। ਇੰਨੇ ਪੈਸੇ ਦੇ ਇੰਨੇ ਦੇ ਨਾਲ ਦੇ ਲੱਗ ਗਏ ਕਹਿਣ। ਹੁਣ ਮਨ ਬੁੱਧ ਇਹੋ ਜੀ ਉਹ ਪ੍ਰਭਾਵ ਪੈ ਗਿਆ। ਹੌਲੀ ਹੌਲੀ ਹਾਲਾਤ ਇਹੋ ਜਿਹੇ ਬਣਾਤੇ ਕਿ ਉਹਨਾਂ ਦੇ ਭਾਂਡੇ ਵੀ ਵਿਕਾਤੇ ਇਹਨਾਂ ਨੇ, ਕਿਉਂਕਿ ਮਾਇਆ ਬਿਨਾਂ ਤਾਂ ਕੁਛ ਨਹੀਂ ਚੱਲਣਾ। ਹੋਰ ਉਹ ਕੁਛ ਕਰ ਐਸਾ ਤਾਂ ਕੋਈ ਨਹੀਂ। ਕਹਿੰਦੇ ਪਰਮੇਸ਼ਰ ਨੇ ਉਹਨੂੰ ਜੀ ਇਉਂ ਅਸੀਂ ਤਾਂ ਦੁੱਖ ਤੋੜਨ ਵਾਸਤੇ ਆਏ ਆ, ਤੇ ਮਹਾਰਾਜ ਨੂੰ ਮੱਥੇ ਟੇਕਦੇ ਆ ਜ਼ਰੂਰ। ਗੁਰੂ ਸਾਹਿਬ ਰੋਜ਼ ਸਾਨੂੰ ਆਵਾਜ਼ਾਂ ਮਾਰਦੇ ਆ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਮਹਾਰਾਜ ਨੇ ਕਹਿਤਾ ਦੁੱਖ ਰੋਗ ਸੰਤਾਪ ਉਤਰ ਜਾਂਦੇ ਆ, ਬਾਣੀ ਸੁਣੋ, ਗੁਰਬਾਣੀ ਪੜ੍ਹੋ, ਵਿਚਾਰੋ ਅਰਥ, ਸਤਸੰਗ ਕਰੋ। ਇਸ ਪਾਸੇ ਹੈ ਨਹੀਂ ਧਿਆਨ। ਤੁਸੀਂ ਆ ਦੇਖ ਲਓ ਕਿੰਨਾ ਕੁ ਦੁਨੀਆ ਸਤਸੰਗ ਤੋਂ ਦੂਰ ਹੋ ਗਏ ਹਾਂ। ਤੋ ਇਸ ਕਰਕੇ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੇ ਕੋਈ ਸ਼ਰਨ ਤਿਆਗ ਦਿੰਦੇ ਆ। ਰੋਜ਼ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ, ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਨਾਨਕ ਦੇਵ ਮਹਾਰਾਜ ਮੂਲੇ ਖੱਤਰੀ ਕੋਲੇ ਗਏ। ਉਹਦੀ ਘਰ ਵਾਲੀ ਨੇ ਕਹਿਤਾ ਜੀ ਉਹ ਘਰੇ ਨਹੀਂ ਹੈ। ਤਾਂ ਵਾਪਸ ਮੁੜ ਪਏ, ਉਧਰੋਂ ਸੱਪ ਨੇ ਡੰਗ ਮਾਰਤਾ, ਤੜਫਦਾ ਮਰ ਗਿਆ। ਤੇ ਮਹਾਰਾਜ ਕੋਲੇ ਲੈ ਕੇ ਆਏ। ਪਤਾ ਲੱਗਿਆ ਕਿ ਸੰਤ ਆਏ ਸੀ। ਕਿੱਥੇ ਹੈ? ਪਿੰਡੋਂ ਬਾਹਰ ਬੈਠੇ। ਚੁੱਕ ਲਿਆਏ ਉਸ ਨੂੰ। ਮਹਾਰਾਜ ਕਿਰਪਾ ਕਰੋ ਜੀ, ਇਹਦੀ ਮੌਤ ਹੋ ਗਈ ਹੈ, ਨੌਜਵਾਨ ਉਮਰ ਹੈ। ਮਹਾਰਾਜ ਕਹਿੰਦੇ ਕਿਰਪਾ ਕਰਨ ਵਾਸਤੇ ਆਏ ਸੀ, ਇਹਦੀ ਉਮਰ ਹੀ ਇੰਨੀ ਸੀ, ਅਸੀਂ ਤਾਂ ਮੁਕਤ ਕਰਨ ਵਾਸਤੇ ਆਏ ਸੀ। ਇਹ ਹੋ ਗਿਆ ਬੇਮੁਖ। ਹੁਣ ਜਦੋਂ ਬੇਮੁਖ ਹੋ ਗਿਆ ਫਿਰ ਅਧੋਗਤੀ 'ਚ ਪੈ ਗਿਆ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਹੁਣ ਸਮਾਂ ਲੱਗੂ, ਕਿਉਂਕਿ ਵਕਤ ਤੋਂ ਖੁੰਝ ਗਿਆ। ਸਿਖਰ ਵਾਲੇ ਟੰਬੇ ਤੇ ਚੜਿਆ ਸੀ, ਉੱਥੋਂ ਹੱਥ ਛੁੱਟ ਗਿਆ, ਫਿਰ ਥੱਲੇ ਡਿੱਗ ਪਿਆ। ਫਿਰ ਟੰਬੇ ਚੜ੍ਹਨੇ ਪੈਣੇ ਆ। ਉਹ ਜੂਨਾਂ ਕਿੰਨੀਆਂ ਭੁਗਤੀਆਂ ਦੇਖੋ ਗੁਰੂ ਤੋਂ ਬੇਮੁਖ ਹੋ ਕੇ। ਫਿਰ ਮੁਕਤ ਕੀਤਾ ਹਜ਼ੂਰ ਸਾਹਿਬ ਦੀ ਧਰਤੀ ਤੇ 10ਵੇਂ ਪਾਤਸ਼ਾਹ ਨੇ। ਸਹੇ ਦੇ ਰੂਪ ਵਿੱਚ ਫਿਰਦਾ ਤੀਰ ਮਾਰ ਕੇ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਹੈ। ਤੋ ਕਹਿਣ ਦਾ ਭਾਵ ਹੈ ਮਹਾਰਾਜ ਨੇ ਤਾਂ ਦੇਖੋ ਬਚਨ ਪੂਰਾ ਕਰਤਾ। ਗੁਰੂ ਤਾਂ ਆਪਣਾ ਬਚਨ ਜਿਹੜਾ ਪਹਿਲੇ ਜਾਮੇ 'ਚ ਕੀਤਾ, 10ਵੇਂ ਜਾਮੇ 'ਚ ਵੀ ਗੁਰੂ ਭੁੱਲਿਆ ਨਹੀਂ। ਅਸੀਂ ਗੁਰਮੁਖੋਂ ਭੁੱਲ ਜਾਂਦੇ ਹਾਂ। ਮਹਾਰਾਜ ਨਹੀਂ ਕੀਤਾ ਹੋਇਆ ਬਚਨ ਆਪਣਾ। ਸੂਰਵੀਰ ਬਚਨ ਕੇ ਬਲੀ, ਜੋ ਬਚਨ ਕਰਤਾ ਉਹ ਤੇ ਬਚਨ ਤੇ ਪਹਿਰਾ ਦੇਤਾ। ਤੇ ਸਾਨੂੰ ਵੀ ਸਤਿਗੁਰਾਂ ਨੇ ਕਿਹਾ ਭਾਈ ਬਚਨ ਮੰਨੋ। ਜੋ ਅਸ ਸਤਿਗੁਰ ਸ਼ਰਨ ਤਿਆਗੇ, ਜਿਹੜੇ ਐਸੇ ਸਤਿਗੁਰੂ ਦੀ ਸ਼ਰਨ ਤਿਆਗ ਦਿੰਦੇ ਹਨ, ਤਿੰਨ ਤੇ ਨਹਿ ਕੋ ਅਪਰ ਭਾਗੇ, ਕਿੱਥੇ ਮਰਜੀ ਤੁਰੇ ਫਿਰਨ। ਜੋ ਭਾਈ ਸੰਤ ਰੇਣ ਜੀ ਕਹਿੰਦੇ ਉਹਨਾਂ ਤੋਂ ਕੋਈ ਵੀ ਹੋਰ ਮਾੜੇ ਭਾਗਾਂ ਵਾਲਾ ਨਹੀਂ ਹੋ ਸਕਦਾ। ਭਾਵ ਜਿਹੜੇ ਗੁਰੂ ਦਰ ਛੱਡ ਕੇ ਇੱਧਰ ਉੱਧਰ ਚਲੇ ਗਏ ਉਹ ਸਭ ਤੋਂ ਮਾੜੇ ਭਾਗਾਂ ਵਾਲੇ ਅਭਾਗੇ ਪੁਰਸ਼ ਹਨ। ਜੋ ਸ਼ਰਧਾ ਧਰ ਸੇਵ ਕਮਾਵੇ। ਤੇ ਦੂਜਾ ਪੱਖ ਹੈ ਜਿਹੜੇ ਸ਼ਰਧਾ ਧਾਰ ਕੇ ਗੁਰੂ ਤੇ ਭਰੋਸਾ ਧਾਰ ਲੈਂਦੇ ਆ, ਚਾਹੇ ਮਾਰ ਲੈ ਚਾਹੇ ਰੱਖ ਲੈ, ਤੇਰੇ ਦਰ ਤੇ ਢਹਿ ਪਏ ਆ, ਜਾਣਾ ਕਿਤੇ ਨਹੀਂ,
ਚਾਹੇ ਤਾਰ ਦੇ ਚਾਹੇ ਡੋਬਦੇ, ਤੇਰੇ ਹੱਥ ਗੁਰੂ ਗੁਰਮੁਖੋਂ ਫਿਰ ਕਦੇ ਡੋਬਣ ਦਿੰਦਾ ਹੀ ਨਹੀਂ। 10ਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਦਿਨ ਆਨੰਦਪੁਰ ਸਾਹਿਬ ਬੈਠਿਆਂ, ਸਾਧ ਸੰਗਤ ਇਕੱਠੀ ਹੋਈ ਹੈ, ਮਹਾਨ ਗੁਰਸਿੱਖ ਬੈਠੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਬੈਠੇ ਆ, ਤੇ ਮਹਾਰਾਜ ਕਹਿੰਦੇ ਇੱਕ ਭਾਈ ਇਹੋ ਜਿਹਾ ਪ੍ਰਸੰਗ ਚੱਲ ਪਿਆ ਸਮਝਾਉਣ ਵਾਸਤੇ। ਕਹਿੰਦੇ ਇੱਕ ਬਰਤਨ ਲਿਆਓ ਵੱਡਾ ਕੋਈ ਪਾਣੀ ਦਾ ਭਰ ਕੇ, ਇੱਕ ਕੋਈ ਬਾਲਟੀ ਪਾਣੀ ਦੀ ਭਰ ਲਿਆਏ, ਤੇ ਮਹਾਰਾਜ ਨੇ ਇੱਕ ਪੱਥਰ ਚੁੱਕਿਆ ਤੇ ਉਹ ਗੁਰੂ ਸਾਹਿਬ ਨੇ ਉਹ ਹੱਥ ਵਿੱਚ ਸਾਰਿਆਂ ਨੂੰ ਦਿਖਾਉਂਦੇ ਆ, ਨਾਲੇ ਮਹਾਰਾਜ ਬਚਨ ਕਰੀ ਗਏ। ਹੌਲੀ ਹੌਲੀ ਉਹ ਪਾਣੀ ਦੀ ਬਾਲਟੀ ਦੇ ਉੱਤੇ ਹੱਥ ਵਿੱਚ ਉਹ ਪੱਥਰ ਫੜਿਆ, ਮਹਾਰਾਜ ਨੇ ਛੱਡ ਦਿੱਤਾ ਤੇ ਉਹ ਇੱਕਦਮ ਪਾਣੀ 'ਚ ਡਿੱਗਿਆ, ਥੱਲੇ ਜਾ ਵੜਿਆ। ਮਹਾਰਾਜ ਕਹਿੰਦੇ ਕਿ ਸਾਧ ਸੰਗਤ ਜੀ ਇਹ ਪੱਥਰ ਕਾਹਤੋਂ ਡੁੱਬਿਆ? ਕਦੇ ਕਿਸੇ ਨੂੰ ਪੁੱਛਦੇ ਆ, ਤੂੰ ਭਾਈ ਦੱਸੋ, ਕਹਿੰਦੇ ਜੀ ਪੱਥਰ ਸੀ ਡੁੱਬ ਗਿਆ। ਕੋਈ ਕਹੇ ਜੀ ਭਾਰਾ ਹੁੰਦਾ ਪਾਣੀ 'ਚ ਪੱਥਰ ਡੁੱਬ ਹੀ ਜਾਂਦਾ ਹੁੰਦਾ, ਕੋਈ ਕੁਛ ਕਹੇ ਕੋਈ ਕੁਝ। ਭਾਈ ਨੰਦ ਲਾਲ ਜੀ ਨੂੰ ਪੁੱਛ ਲਿਆ, ਭਾਈ ਸਾਹਿਬ ਨੰਦ ਲਾਲ ਜੀ ਤੁਸੀਂ ਦੱਸੋ ਇਹ ਪੱਥਰ ਕਿਉਂ ਡੁੱਬਿਆ? ਖੜੇ ਹੋ ਕੇ ਭਾਈ ਨੰਦ ਲਾਲ ਜੀ ਗਲ 'ਚ ਪੱਲਾ ਪਾ ਕੇ ਕਿਹਾ, ਇਹ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ, ਇਹ ਤਾਂ ਡੁੱਬਿਆ ਕਿ ਤੇਰੇ ਹੱਥੋਂ ਛੁੱਟ ਗਿਆ ਹੈ। ਜੇ ਤੇਰੇ ਹੱਥ 'ਚ ਹੀ ਰਹਿੰਦਾ ਫੇਰ ਨਹੀਂ ਸੀ ਇਹਨੂੰ ਕੋਈ ਦੁਨੀਆ ਦੀ ਤਾਕਤ ਡੋਬ ਸਕਦੀ। ਗੁਰਮੁਖੋ ਜਿਹੜੇ ਗੁਰੂ ਦੇ ਹੱਥੋਂ ਨਿਕਲ ਗਏ ਨਾ, ਉਹਨੂੰ ਕੋਈ ਦੁਨੀਆ ਦੀ ਤਾਕਤ ਬਚਾ ਨਹੀਂ ਸਕਦੀ, ਉਹ ਡੁੱਬਣਗੇ। ਇਸ ਕਰਕੇ ਗੁਰੂ ਦੇ ਹੱਥ ਵਿੱਚ ਰਹੀਏ, ਗੁਰੂ ਦੇ ਪੱਲੇ ਨਾਲ ਜੁੜ ਕੇ ਰਹੀਏ। ਤੇ ਜਿਹੜੇ ਕੋਈ ਜੋ ਸ਼ਰਧਾ ਧਰ ਸੇਵ ਕਮਾਵੇ, ਜਿਹੜਾ ਕੋਈ ਭਾਈ ਸ਼ਰਧਾ ਧਾਰ ਕੇ, ਸੰਤ ਰੇਣ ਜੀ ਕਹਿੰਦੇ ਮਹਾਰਾਜ ਦੇ ਦਰ ਦੀ ਸੇਵਾ ਕਰਦਾ ਕਮਾਉਂਦਾ ਹੈ, ਮਨੋ ਕਾਮਨਾ ਗੁਰ ਤੇ ਪਾਵੇ। ਉਹ ਭਾਈ ਸਤਿਗੁਰੂ ਤੋਂ ਮਨ ਦੀ ਕਾਮਨਾ, ਮਨ ਇੱਛਾ ਪੂਰੀ ਕਰ ਲੈਂਦਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਚਤੁਰਥ ਮਹੱਲੇ, ਇਹਦੇ ਚੌਥੇ ਮਹੱਲੇ ਦੇ ਭਾਈ ਆਦਮ ਪ੍ਰਸੰਗ ਵਰਣਨ ਨਾਮ ਪੰਚਮੋ ਮੰਦਰ ਹੈ। ਭਾਈ ਆਦਮ ਦਾ ਪ੍ਰਸੰਗ ਵਰਣਨ ਕੀਤਾ ਹੈ। ਇਹ ਭਾਈ ਪੰਜਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਸਤਿਗੁਰ ਸਰਬ ਅਤੀਤ ਨਿਤ, ਜਸ ਜਲ ਕਮਲ ਅਲੇਪ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹਮੇਸ਼ਾ ਭਾਈ ਜੋ ਹੈ ਸਰਬ ਤੋਂ ਅਤੀਤ ਹਨ। ਅਤੀਤ ਹੁੰਦਾ ਹੈ ਜਿਵੇਂ ਤਿਆਗੀ ਨਿਰਲੇਪ ਰਹਿਣਾ। ਜਸ ਜਲ ਕਮਲ ਅਲੇਪ, ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਮਾਇਆ ਕੇ ਦੁੱਖ ਸੁਖ ਜਿਤੇ, ਕਰ ਨਹਿ ਸਕਹਿ ਵਖੇਪ। ਜਿੰਨੇ ਵੀ ਭਾਈ ਜਿਹੜੇ ਮਾਇਆ ਦੇ ਦੁੱਖ ਸੁੱਖ ਹਨ, ਇਹ ਫਿਰ ਕਦੇ ਵੀ ਗੁਰੂ ਨੂੰ, ਗੁਰੂ ਦੇ ਦਰ ਨਾਲ ਜੁੜੇ ਹੋਏ ਨੂੰ ਵੀ ਕਦੇ ਵੀ ਵਖੇਪ ਦੁੱਖ ਨਹੀਂ ਦੇ ਸਕੇ। ਵਖੇਪ ਇੱਕ ਤਰ੍ਹਾਂ ਦੀ ਮਲੀਨਤਾ ਹੈ, ਮੈਲਾ ਨਹੀਂ ਕਰ ਸਕੇ, ਭਾਵ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਚੌਪਈ ਸ੍ਰੀ ਅੰਮ੍ਰਿਤਸਰ ਗੁਰੂ ਸੁਹਾਵੈ। ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੋਭਾ ਪਾ ਰਹੇ ਹਨ। ਮੁਕਤ ਭੁਗਤ ਕੀ ਦੇਗ ਚਲਾਵੈ। ਮੁਕਤੀ ਦੀ ਤੇ ਭੁਗਤੀ ਦੀ, ਤਨ ਦੀ ਖੁਰਾਕ ਤੇ ਮਨ ਦੀ ਖੁਰਾਕ ਦੋਵੇਂ ਹੀ ਭਾਈ। ਫਿਰ ਮੁਕਤੀ ਪ੍ਰਲੋਕ ਦੀ ਸਫਲਤਾ ਮੁਕਤੀ, ਤੇ ਭੁਗਤੀ ਹੁੰਦੀ ਹੈ ਸੰਸਾਰ ਦੇ ਜਿਹੜੇ ਸੁੱਖ ਹੈ। ਇਹ ਦੋਵੇਂ ਹੀ ਲੰਗਰ ਸਤਿਗੁਰੂ ਜੀ ਚਲਾ ਰਹੇ ਹਨ। ਨਿਰੰਕਾਰ ਜਸ ਗਿਰਾ ਬਣਾਵੇ। ਨਿਰੰਕਾਰ ਪਰਮੇਸ਼ਰ ਦੇ ਜਸ ਦੀ ਬਾਣੀ ਬਣਾ ਰਹੇ ਆ, ਉਚਾਰ ਰਹੇ ਨੇ। ਸਤ ਸੰਤੋਖ ਵਿਚਾਰ ਦ੍ਰਿੜਾਵੇ। ਸਤ ਜੀਵਨ ਵਿੱਚ, ਫਿਰ ਸੰਤੋਖੀ ਜੀਵਨ, ਵਿਚਾਰ ਵਾਲਾ ਜੀਵਨ। ਇਸ ਤਰ੍ਹਾਂ ਦੇ ਜਿਹੜੇ ਸ਼ੁਭ ਗੁਣ ਹਨ, ਇਹ ਮਹਾਰਾਜ ਦ੍ਰਿੜ ਕਰਵਾ ਰਹੇ ਨੇ। ਇੱਕ ਦਿਨ ਬੈਠੇ ਬੀਚ ਦੀਵਾਨ,
ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਨੇ। ਨਹਿ ਕੋ ਸੋਭਾ ਦੇਹੁ ਪਰਮਾਨ। ਤੇ ਕਹਿੰਦੇ ਭਾਈ ਉਹ ਜਿਹੜੀ ਸੋਭਾ ਹੈ, ਉਸ ਸੋਭਾ ਨੂੰ ਸੰਤ ਨੈਣ ਜੀ ਕਹਿੰਦੇ ਮੈਂ ਕੀ ਪ੍ਰਮਾਣ ਦੇਵਾਂ, ਕਿਹਦੇ ਨਾਲ ਤੁਲਨਾ ਕਰਾਂ, ਉਹ ਬੇਅੰਤ ਹੈ। ਲਵਪੁਰ ਬਿਖੈ ਨਾਮ ਸੰਹਾਰੀ। ਤੋ ਲਾਹੌਰ ਦੇ ਵਿੱਚ ਇੱਕ ਜਿਹਦਾ ਨਾਮ ਸੰਹਾਰੀ ਹੈ, ਇਹ ਭਾਈ ਗੁਰੂ ਪਾਤਸ਼ਾਹ ਮਹਾਰਾਜ ਦੇ ਰਿਸ਼ਤੇ ਵਿੱਚੋਂ ਗੁਰੂ ਸਾਹਿਬ ਜੀ ਦਾ ਸੰਹਾਰੀ ਮੱਲ ਜਿਹੜਾ ਹੈ, ਇਹ ਇੱਥੇ ਸੰਤ ਨੈਣ ਜੀ ਨੇ ਚਾਚਾ ਲਿਖਿਆ ਤੇ ਜਾਂ ਭਰਾ, ਅਸਲ ਵਿੱਚ ਇਹ ਵੱਡਾ ਭਰਾਵਾਂ ਦੇ ਥਾਂ ਲੱਗਦਾ ਸੀ। ਭਾਈ ਸੰਤੋਖ ਸਿੰਘ ਜੀ ਨੇ ਭਰਾ ਲਿਖਿਆ ਹੈ ਕਿ ਘਰਾਂ ਵਿੱਚੋਂ ਜਿਵੇਂ ਕੋਈ ਸਕਿਆਂ ਚੋਂ। ਉਹ ਜਿਵੇਂ ਸੰਤ ਨੈਣ ਜੀ ਦੱਸ ਰਹੇ ਹਨ, ਲਵਪੁਰ ਵਿਖੇ ਨਾਮ ਸੰਹਾਰੀ। ਲਾਹੌਰ ਦੇ ਵਿੱਚ ਸੰਹਾਰੀ ਨਾਮ ਦਾ ਕੁਲ ਸੋਢੀ ਸ਼ੁਭ ਕਰਤ ਆਚਾਰੀ। ਇਹ ਸੋਢੀ ਕੁਲ ਦਾ ਸ਼ੁਭ ਆਚਰਣ, ਸ਼ੁਭ ਕਰਮ ਕਰਨ ਵਾਲਾ ਰਹਿੰਦਾ ਹੈ। ਰਾਮਦਾਸ ਸਤਿਗੁਰ ਕੋ ਚਾਚਾ। ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੁਨਿਆਵੀ ਰੂਪ ਦੇ ਵਿੱਚ ਰਿਸ਼ਤੇ ਵਿੱਚ ਚਾਚਾ ਹੈ। ਤਿਸ ਕੋ ਸੁਤ ਸ਼ੁਭ ਗੁਣ ਮਹਿਰਾਚਾ। ਉਹਦਾ ਪੁੱਤਰ ਭਾਈ ਜਿਹੜਾ ਸ਼ੁਭ ਗੁਣਾਂ ਦੇ ਵਿੱਚ ਰਚਿਆ ਹੋਇਆ ਹੈ। ਰਥ ਹੈ ਅਰੂੜ ਹੋਏ ਕਰ ਆਇਓ। ਭਾਵ ਉਹਦਾ ਪੁੱਤਰ ਆਇਆ, ਤੇ ਇੱਥੇ ਦੱਸਿਆ ਤਾਂ ਮਹਾਰਾਜ ਦੇ ਭਤੀਜੇ ਦਾ ਵਿਵਾਹੀ ਹੈ, ਤੇ ਇਸ ਸੰਹਾਰੀ ਮੱਲ ਦੇ ਪੋਤਰੇ ਦਾ ਗਾਹਾਂ ਦੱਸਣਗੇ। ਉਹ ਭਾਈ ਕਹਿਣ ਦਾ ਭਾਵ ਇੱਥੇ ਸੰਹਾਰੀ ਮੱਲ ਦਾ ਕਹਿੰਦੇ ਪੁੱਤਰ ਆਇਆ ਹੈ, ਰਾਤ ਉੱਤੇ ਚੜ ਕਰਕੇ ਆਇਆ ਹੈ। ਚਤਰ ਦਾਸ ਆਪਣੇ ਸੰਗ ਲਿਆਇਓ। ਬੜੇ ਸਿਆਣੇ ਸੇਵਕ ਉਹ ਆਪਣੇ ਨਾਲ ਲਿਆਇਆ ਹੈ। ਸੁਧਾ ਸਰੋਵਰ ਉਤਰਿਓ ਆਈ। ਤੇ ਉਹ ਅੰਮ੍ਰਿਤ ਸਰੋਵਰ ਆ ਉਹ ਭਾਈ ਅੰਮ੍ਰਿਤਸਰ ਉਤਾਰਾ ਕੀਤਾ। ਗਇਓ ਗੁਰੂ ਢੈਗਲੇ ਮਿਠਿਆਈ। ਗੁਰੂ ਸਾਹਿਬ ਦੇ ਕੋਲ ਲੈ ਕੇ ਮਿੱਠੇ ਪਦਾਰਥ ਪਹੁੰਚਿਆ ਹੈ। ਹਾਥ ਜੋੜ ਬੰਧਨ ਚਹਿ ਕਰਿਓ। ਹੱਥ ਜੋੜ ਕੇ ਉਸਨੇ ਬੰਦਨਾ ਕੀਤੀ। ਰਾਮਦਾਸ ਸਤਿਗੁਰੂ ਨੇ ਹਰਿਓ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਸਨੂੰ ਵੇਖਿਆ ਹੈ। ਇੱਕ ਤੋ ਲਖਿਓ ਵੱਡੋ ਇਹ ਭਰਾਤਾ। ਇੱਕ ਤਾਂ ਇਹ ਜਾਣਿਆ ਵੀ ਇਹ ਵੱਡਾ ਭਰਾ ਹੈ। ਕਰਮ ਕਰਤ ਸ਼ੁਭ ਦੁਤੀਏ ਜਾਤਾ। ਫਿਰ ਦੂਜਾ ਇਹ ਜਾਣਿਆ ਕਿ ਇਹਦੇ ਕਰਮ ਬਹੁਤ ਸ਼ੁਭ ਹਨ। ਤ੍ਰਿਤੀਏ ਏਕੋ ਚਾਚੇ ਤਾਤ। ਤੀਜਾ ਇਹ ਸਾਡੇ ਚਾਚੇ ਦਾ ਇੱਕੋ ਇੱਕ ਪੁੱਤਰ ਹੈ। ਹਮ ਢਿਗੇ ਆਇਓ ਜਾਨ ਭਰਾਤ। ਇਹ ਹੁਣ ਸਾਡੇ ਕੋਲੇ ਸਾਨੂੰ ਭਰਾ ਜਾਣ ਕੇ ਕੋਲ ਆਇਆ ਹੈ। ਜਾਂ ਤੇ ਕੋ ਕਰ ਨਿਰਵਾਰੇ। ਇਸ ਕਰਕੇ ਇਸ ਨੂੰ ਨਿਰਵਾਰ ਕਰਨ ਵਾਸਤੇ ਭਾਵੇਂ ਦਾ ਸਤਿਕਾਰ ਕਰਨ ਲਈ ਮਿਲੇ ਗੁਰੂ ਤਿਸ ਭੁਜਾ ਪਸਾਰੇ। ਗੁਰੂ ਸਾਹਿਬ ਜੀ ਬਾਂਹ ਪਸਾਰ ਕੇ, ਬਾਹਾਂ ਖੋਲ ਕੇ ਇਸ ਨੂੰ ਮਿਲੇ ਹਨ। ਇਮ ਬਲੋਕ ਕੇ ਗੁਰ ਹਿਤ ਭਾਰੀ। ਇਸ ਤਰ੍ਹਾਂ ਵੇਖ ਕੇ ਭਾਈ ਗੁਰੂ ਮਹਾਰਾਜ ਦਾ ਵੱਡਾ ਪ੍ਰੇਮ। ਬਿਸਮਹਿ ਹੋਤ ਕਹਿਤ ਸੰਹਾਰੀ। ਹੈਰਾਨ ਜਿਹਾ ਹੋ ਕੇ ਇਹ ਸੰਹਾਰੀ ਮੱਲ ਕਹਿੰਦਾ ਹੈ, ਹਮ ਕੋ ਨਮੋ ਕਰਨ ਦੇਹੁ ਸਾਈ। ਇਹ ਸੰਹਾਰੀ ਮੱਲ ਇੱਥੇ ਹੁਣ ਦੱਸ ਦਿੱਤਾ ਵੀ ਉਹਦਾ ਨਾਮ ਸੰਹਾਰੀ ਮੱਲ ਹੈ। ਤੋ ਲਵਪੁਰ ਵਿਖੇ ਨਾਮ ਸੰਹਾਰੀ ਕੁਲ ਸੋਢੀ ਸ਼ੁਭ ਕਰਤ ਚਾਰੀ। ਸਾਰਾਮ ਦਾ ਸਤਿਗੁਰ ਕੋ ਚਾਚਾ ਤਿਸ ਕੋ ਸ਼ੁਭ ਸੁਤ ਸ਼ੁਭ ਗੁਣ ਮਹਿ ਰਾਚਾ। ਇਹਦੇ ਅਰਥ ਫਿਰ ਇਉਂ ਹੋ ਸਕਦੇ ਆ ਵੀ ਸੰਹਾਰੀ ਮੱਲ ਨਾਂ ਦਾ ਉਹ ਆਇਆ ਤੇ ਉਹ ਗੁਰੂ ਰਾਮਦਾਸ ਜੀ ਦੇ ਚਾਚੇ ਦਾ ਸ਼ੁਭ ਪੁੱਤਰ ਹੈ। ਨਾਮ ਸੰਹਾਰੀ ਮੱਲ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਜਦੋਂ ਮਿਲੇ, ਵਿਸਮੈ ਹੋਤ ਕਹਿਤ ਸੰਹਾਰੀ। ਹੈਰਾਨ ਜਿਹਾ ਹੋ ਕੇ ਸੰਹਾਰੀ ਮੱਲ ਕਹਿੰਦਾ ਹੈ, ਹਮ ਕੋ ਨ ਮੋਹ ਕਰਨ ਦੇਹੁ ਸਾਈ।
ਕਹਿਣ ਲੱਗਿਆ ਜੀ, ਹੇ ਮਾਲਕ ਸਤਿਗੁਰੂ, ਮੈਨੂੰ ਨਮਸਕਾਰ ਕਰਨ ਦਿਓ। ਅਬ ਤੁਮ ਕੋ ਹਮ ਲਖ ਹੈ ਨ ਭਾਈ। ਹੁਣ ਅਸੀਂ ਤੁਹਾਨੂੰ ਭਰਾ ਜਾਣ ਕੇ ਨਹੀਂ ਇੱਥੇ ਆਏ ਹਾਂ। ਸਤਿਗੁਰ ਅਮਰਦਾਸ ਕਰ ਸੰਗਾ। ਕਿਉਂਕਿ ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੰਗ ਕਰਕੇ ਜਗ ਗੁਰ ਬਨ ਪਦ ਲਹਿਓ ਤੰਗਾ। ਹੁਣ ਜਗਤ ਦੇ ਤੁਸੀਂ ਗੁਰੂ ਬਣ ਗਏ ਹੋ, ਉੱਚੀ ਪਦਵੀ ਦੀ ਪ੍ਰਾਪਤੀ ਕਰ ਲਈ ਹੈ। ਮਾਨਨੀਏ ਭੇ ਨਰਨ ਹਜ਼ਾਰਨ। ਮਾਨਨੀਏ ਭੇ, ਤੁਸੀਂ ਹੁਣ ਹਜ਼ਾਰਾਂ ਲੋਕਾਂ ਦੇ ਮੰਨਣ ਯੋਗ ਹੋ। ਸਰਬ ਸ਼ਕਤ ਯੁਤ ਕਰਤ ਉਧਾਰਨ। ਸਾਰੀਆਂ ਸ਼ਕਤੀਆਂ ਦੇ ਸਮੇਤ ਹੋ, ਆਪਣੇ ਸੇਵਕਾਂ ਦਾ ਉਧਾਰ ਕਰਨ ਵਾਲੇ ਹੋ। ਹਮ ਸੰਸਾਰੀ ਪਚੀ ਕੁਟੰਬ। ਅਸੀਂ ਤਾਂ ਸੰਸਾਰੀ ਲੋਕ ਹਾਂ, ਸਹਾਰੀ ਮਲ ਕਹਿੰਦਾ ਜੀ, ਕੁਟੰਬ ਵਿੱਚ ਫਸੇ ਹਾਂ। ਕਬ ਨ ਲਹੈ ਹਰ ਨਾਮੈ ਰੰਗ। ਕਦੇ ਵੀ ਅਸੀਂ ਪਰਮੇਸ਼ਰ ਦੇ ਨਾਮ ਦਾ ਆਨੰਦ ਰੰਗ ਪ੍ਰੇਮ ਨਹੀਂ ਜਾਣਿਆ। ਪੁਨ ਸ੍ਰੀ ਰਾਮਦਾਸ ਜੀ ਕਹੈ। ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡੇ ਭਰਾਤ ਕੋ ਪਦ ਤੁਮ ਹੈ। ਕਿ ਤੁਹਾਡੀ ਜਿਹੜੀ ਪਦਵੀ ਹੈ ਉਹ ਵੱਡੇ ਭਰਾ ਵਾਲੀ ਹੈ। ਇਮ ਦੋਹੇ ਦਿਸ ਤੇ ਕਹਿ ਤਹਿ ਸਮੋ। ਇਸ ਤਰ੍ਹਾਂ ਦੋਵੇਂ ਪਾਸਿਆਂ ਤੋਂ ਸਮੇਂ ਗੱਲ ਕਹਿ ਕਰਕੇ ਕਰੀ ਸੁਪ੍ਰੀਤ ਪਰਸ ਪਰ ਨਮੋ। ਆਪਸ ਵਿੱਚ ਭਾਈ ਬਹੁਤ ਪ੍ਰੇਮ ਕਰਦਿਆਂ ਨਮਸਕਾਰ ਕੀਤੀ। ਬੈਠੇ ਕੁਸ਼ਲ ਪ੍ਰਸੰਨ ਕਰ ਆਛੇ। ਇੱਕ ਦੂਸਰੇ ਨੂੰ ਸੁਖ ਸ਼ਾਂਤ ਪੁੱਛੀ। ਮਹਾਰਾਜ ਨੇ ਪੁੱਛਿਆ, ਉਹਨੇ ਵੀ ਪੁੱਛਿਆ। ਤਿਉ ਪ੍ਰਸੰਨਤਾ ਕਰਕੇ ਚੰਗੀ ਤਰ੍ਹਾਂ ਭਾਈ ਬੈਠੇ ਹਨ। ਦੇਖ ਮਿਠਾਈ ਦਿਜ ਗੁਰ ਬਾਂਛੇ। ਤੇ ਉਹ ਮਿਠਾਈ ਦੇਖ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੋ ਹੈ ਉਹਨਾਂ ਨੂੰ ਪੁੱਛਦੇ ਹਨ, ਜਾਂ ਜਿਹੜਾ ਦਿਜ ਨਾਲ ਆਇਆ ਪੰਡਤ ਬ੍ਰਾਹਮਣ, ਉਹਨੇ ਮਠਿਆਈ ਧਰ ਕੇ ਇੱਛਾ ਦੱਸੀ। ਕਾਰਜ ਕਵਨ ਆਪ ਆਗਬਨੂ। ਜਾਂ ਗੁਰਬਾਂਛੇ ਭਾਵ ਗੁਰੂ ਸਾਹਿਬ ਨੇ ਪੁੱਛਿਆ, ਸਹਾਰੀ ਮੱਲ, ਕਿਹੜੇ ਕੰਮ ਕਾਰਜ ਦੇ ਵਾਸਤੇ ਤੁਸੀਂ ਇੱਥੇ ਆਏ ਹੋ। ਤਜ ਕੈ ਕਿਰਤ ਸਕਲ ਨਿਜ ਭਵਨੂ। ਘਰ-ਬਾਰ ਛੱਡ ਕੇ ਆਪਣੀ ਕਿਰਤ ਕਰਦੇ ਸੀ, ਉਹ ਛੱਡ ਕੇ ਇੱਥੇ ਆਏ ਹੋ ਸਾਨੂੰ ਮਿਲਣ। ਕਿਸ ਵਾਸਤੇ। ਤਬ ਕਰ ਜੋਰ ਕਹਿਤ ਸੰਹਾਰੀ। ਤਾਂ ਹੱਥ ਜੋੜ ਕੇ ਸੰਹਾਰੀ ਮੱਲ ਕਹਿੰਦਾ ਹੈ, ਤੁਮ ਸੋਢੰ ਕੁਲ ਮਹਿ ਉਜਿਆਰੀ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਸੋਢੀ ਕੁਲ ਦੇ ਵਿੱਚ ਪ੍ਰਕਾਸ਼ਨ ਵਾਲੇ ਹੋ, ਪ੍ਰਕਾਸ਼ਵਾਨ ਹੋ। ਉਜਿਆਰੀ, ਉਜਿਆਰਾ ਕਹਿੰਦੇ ਨੇ ਚਾਨਣ ਨੂੰ, ਪ੍ਰਕਾਸ਼ ਨੂੰ। ਜਾਂ ਕਹੀਏ ਸੋਢੀ ਕੁਲ ਦੇ ਵਿੱਚ ਤੁਸੀਂ ਮਹਾਨ ਪ੍ਰਗਟ ਪ੍ਰਕਾਸ਼ਵਾਨ ਹੋ। ਜਗ ਮਹਿ ਪ੍ਰਗਟ ਭਈ ਵਡਿਆਈ। ਤੇ ਜਗਤ ਦੇ ਵਿੱਚ ਤੁਹਾਡੀ ਬਹੁਤ ਵਡਿਆਈ ਹੋਈ, ਪ੍ਰਗਟ ਹੈ। ਸੋ ਮੈਂ ਕਹਿ ਲਗ ਕਹੋ ਸੁਨਾਈ। ਉਹ ਮੈਂ ਕਿੱਥੋਂ ਤੱਕ ਕਹਿ ਕਰਕੇ ਸੁਣਾਵਾਂ। ਅਬ ਤੁਮਰੇ ਭਤੀਜ ਕੋ ਵਿਆਹੂ। ਹੁਣ ਮਹਾਰਾਜ ਤੁਹਾਡੇ ਭਤੀਜੇ ਦਾ ਵਿਆਹ ਹੈ। ਕਾਰਨ ਅਛੇਰੋ ਮੈਂ ਚਿਤ ਚਾਹੂ। ਜੋ ਮੈਂ ਚੰਗੀ ਤਰ੍ਹਾਂ ਵਿਵਾਹ ਕਾਰਜ ਕਰਨਾ ਚਿੱਤ ਵਿੱਚ ਚਾਹੁੰਦਾ ਹਾਂ। ਸੋ ਆਛੋ ਤੁਮ ਬਿਨ ਨਹਿ ਬਨੈ। ਪਰ ਮਹਾਰਾਜ ਉਹ ਚੰਗਾ ਹੋਵੇ ਵਿਆਹ, ਉਹ ਤੁਹਾਡੇ ਬਿਨਾ ਨਹੀਂ ਹੋ ਸਕਦਾ। ਇਮ ਆਇਓ ਮੈਂ ਠਟ ਕਰ ਮਨੈ। ਇਸ ਤਰ੍ਹਾਂ ਮੈਂ ਮਨ ਵਿੱਚ ਠਾਣ ਕਰਕੇ ਤੁਹਾਡੇ ਕੋਲ ਆਇਆ ਹਾਂ। ਸਭ ਮਹਿ ਆਪ ਹੋਏ ਸਿਰ ਮੌਰ। ਤੁਸੀਂ ਮਹਾਰਾਜ ਸਾਰਿਆਂ ਦੇ ਵਿੱਚ ਆਪ ਸ਼੍ਰੋਮਣੀ ਹੋ ਕਰ ਹੋ ਵਿਆਹ ਚੱਲ ਕੇ ਤਿਸ ਠੌਰ। ਉਥੇ ਆਪ ਮਹਾਰਾਜ ਸ਼੍ਰੋਮਣੀ ਬਣ ਕੇ ਭਤੀਜੇ ਦਾ ਵਿਆਹ ਕਾਰਜ ਕਰੋ। ਮਹਾਰਾਜ ਸੱਚੇ ਪਾਤਸ਼ਾਹ ਚੱਲ ਕੇ ਤਿਸ ਠੌਰ, ਲਾਹੌਰ ਚੱਲ ਕਰਕੇ। ਸੁਣ ਸ੍ਰੀ ਰਾਮਦਾਸ ਸਨਮਾਨਾ। ਸੁਣ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਉਹਨੂੰ ਸਨਮਾਨ ਆਦਰ ਦਿੱਤਾ ਹੈ।
ਡੇਰੋ ਕਰਵਾਇਓ ਸ਼ੁਭ ਥਾਨ। ਚੰਗੀ ਜਗ੍ਹਾ ਤੇ ਉਹਦਾ ਉਤਾਰਾ ਡੇਰਾ ਕਰਵਾ ਦਿੱਤਾ ਹੈ। ਖਾਨ ਪਾਨ ਕੀ ਸੁਧ ਸਭ ਲੀਨਸ, ਤੇ ਉਹਦੇ ਖਾਣ ਪਾਣ ਪ੍ਰਸ਼ਾਦਾ ਪਾਣੀ ਛਕਣ ਦੀ ਸਾਰੀ ਖਬਰ ਮਹਾਰਾਜ ਨੇ ਲਈ, ਭਾਵ ਇੱਕ ਸੇਵਾਦਾਰ ਦੀ ਡਿਊਟੀ ਲਾ ਦਿੱਤੀ। ਨਿਸ ਸੁਪਤਿਓ ਮਨ ਆਨੰਦ ਭੀਨਸ, ਉਹ ਸੰਹਾਰੀ ਮਲ ਰਾਤ ਨੂੰ ਆਨੰਦ ਵਿੱਚ ਭਿੱਜਿਆ ਆਰਾਮ ਕੀਤਾ ਸੁੱਤਾ ਹੈ। ਸਤਿਗੁਰ ਹਿਰਦੈ ਬਿਰਤੰਤ ਵਿਚਾਰਾ, ਇਧਰ ਸਤਿਗੁਰੂ ਨੇ ਆਪਣੇ ਅੰਦਰ ਇਸ ਬਿਰਤਾਂਤ ਨੂੰ, ਇਸ ਗੱਲ ਨੂੰ ਵਿਚਾਰਿਆ ਹੈ। ਤੇ ਹੇਠਾਂ ਜਾਨ ਨ ਬਨੈ ਹਮਾਰਾ, ਕਿ ਉਸ ਜਗ੍ਹਾ ਹੁਣ ਵਿਆਹ ਵਿੱਚ ਜਾਣਾ ਸਾਡਾ ਨਹੀਂ ਬਣਦਾ ਹੈ। ਇੱਕ ਤੋ ਤੀਰਥ ਕਾਰ ਕਰਾਵਨ, ਇੱਕ ਤਾਂ ਹੁਣ ਇੱਥੇ ਜਿਹੜਾ ਤੀਰਥ ਰਚ ਰਹੇ ਆ ਉਹਦੀ ਕਾਰ ਸੇਵਾ ਕਰਵਾ ਰਹੇ ਹਾਂ। ਦੁਤੀਏ ਸੰਗਤ ਸਭ ਦਿਸ ਆਵਨ, ਦੂਜਾ ਹੈ ਸੰਗਤਾਂ ਹੁਣ ਇੱਥੇ ਚਾਰੇ ਪਾਸਿਆਂ ਤੋਂ ਪਹੁੰਚ ਰਹੀਆਂ ਹਨ। ਏਮ ਚਿਤਵਤ ਸਤਿਗੁਰ ਨਿਸ ਸੋਏ, ਇਸ ਤਰ੍ਹਾਂ ਚਿਤ ਕੇ ਵਿਚਾਰ ਕਰਕੇ ਸਤਿਗੁਰੂ ਜੀ ਰਾਤ ਨੂੰ ਆਰਾਮ ਕੀਤਾ ਹੈ। ਜਾਗੇ ਬਹੁਰ ਪ੍ਰਾਤ ਜਬ ਹੋਏ, ਜਦੋਂ ਭਾਈ ਫਿਰ ਸਵੇਰ ਹੋਈ ਹੈ, ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜਾਗੇ ਹਨ। ਆਦ ਇਸ਼ਨਾਨ ਕ੍ਰਿਤ ਕਰ ਸਾਰੀ, ਇਸ਼ਨਾਨ ਆਦਿਕ ਦੀ ਸਾਰੀ ਕ੍ਰਿਤ ਕਰਕੇ ਬੈਠਿਓ ਗੁਰ ਢਿਗਿਆਨ ਸੰਹਾਰੀ। ਇਧਰੋਂ ਹੁਣ ਭਾਈ ਸੰਹਾਰੀ ਮੱਲ ਵੀ ਸਤਿਗੁਰਾਂ ਕੋਲ ਆ ਬੈਠਾ ਹੈ। ਹਾਥ ਜੋੜ ਕਰ ਕੀਨਸ ਬੇਨਤੀ, ਹੱਥ ਜੋੜ ਕੇ ਉਸਨੇ ਬੇਨਤੀ ਕੀਤੀ। ਹੂਜੋ ਤਿਆਰ ਆਪ ਤਜ ਗਿਨਤੀ, ਕਹਿੰਦਾ ਮਹਾਰਾਜ ਆਪ ਵਿਚਾਰਾਂ ਛੱਡ ਕੇ ਕਿਰਪਾ ਕਰੋ, ਲਾਹੌਰ ਜਾਣ ਵਾਸਤੇ ਤਿਆਰ ਹੋਵੋ। ਇਸ ਹਿਤ ਕਰ ਨਹਿ ਅਪਰ ਪਠਾਵਾ, ਮਹਾਰਾਜ ਕਰਕੇ ਇਸ ਹਿਤ ਕਰ ਨਹਿ, ਇਸੇ ਕਰਕੇ ਮਹਾਰਾਜ ਮੈਂ ਤੁਹਾਨੂੰ ਲੈਣਾ, ਮੈਂ ਕਿਸੇ ਨੂੰ ਹੋਰ ਨਹੀਂ ਭੇਜਿਆ ਹੈ। ਬਹੁ ਕਾਰਜ ਤਜ ਕਰ ਮੈਂ ਆਵਾ, ਮਹਾਰਾਜ ਬਹੁਤ ਕਾਰਜ ਸਨ, ਮੈਂ ਸਭ ਛੱਡ ਕੇ ਆਪ ਤੁਹਾਡੇ ਕੋਲ ਆਇਆ ਬੇਨਤੀ ਕਰਨ। ਤੁਮਰੇ ਚਰਨ ਪਰੋਂ ਘਰ ਮੇਰੇ, ਸਤਿਗੁਰੂ ਤੁਹਾਡੇ ਚਰਨ ਮੇਰੇ ਘਰ ਵਿੱਚ ਪੈਣ। ਵਡਿਆਈ ਜਗ ਹੋਏ ਵਡੇਰੇ, ਤਾਂ ਜਗਤ ਦੇ ਵਿੱਚ ਮਹਾਰਾਜ ਮੇਰੀ ਵੀ ਵਡਿਆਈ ਬਹੁਤ ਵੱਡੀ ਮਹਿਮਾ ਹੋਵੇਗੀ, ਮੇਰੇ ਵੀ ਜਗਤ ਵਿੱਚ ਸੋਭਾ ਹੋਏ ਨਾ ਬਿਗਨ ਬਨੋ ਰਖਵਾਰੂ। ਦੂਜਾ ਹੈ ਮਹਾਰਾਜ ਤੁਸੀਂ ਆਪ ਬਿਰਾਜਮਾਨ ਹੋਵੋਗੇ, ਕੋਈ ਬਿਗਨ ਨਾ ਹੋਵੇ, ਆਪ ਤੁਸੀਂ ਰਾਖੇ ਬਣੋ। ਮਮ ਸੁਤ ਨਿਜ ਸੁਤ ਸਮ ਨਿਰਧਾਰੂ, ਫੇ ਮੇਰਾ ਪੁੱਤਰ ਉਹ ਤੁਹਾਡਾ ਹੀ ਪੁੱਤਰ ਹੈ, ਆਪਣੇ ਪੁੱਤਰਾਂ ਵਾਂਗ ਹੀ ਜਾਣੋ। ਸੁਨੇ ਭਰਾਤ ਕੇ ਬਾਕ ਕਿਰਪਾਲਾ, ਕਿਰਪਾਲੂ ਸਤਿਗੁਰੂ ਨੇ ਭਰਾ ਦੇ ਇਹ ਬੇਨਤੀ ਬਚਨ ਸੁਣੇ ਹਨ। ਭਰੇ ਸਨੇਹ ਅਛੇਹ ਵਿਸਾਲਾ, ਜਿਹੜੇ ਗੁਰਮੁਖੋ ਪ੍ਰੇਮ ਨਾਲ ਇੱਕ ਰਸ ਬੇਅੰਤ ਪ੍ਰੇਮ ਨਾਲ ਭਰੇ ਹਨ। ਤਹਿ ਸਨਮਾਨ ਰਾਖ ਬੇਹੇਤ, ਤਾਂ ਉਹਦਾ ਆਦਰ ਸਨਮਾਨ ਫਿਰ ਰੱਖਣ ਦੇ ਵਾਸਤੇ। ਮਿਰਦਲ ਕਹਿਓ ਸੋਢੀ ਕੁਲ ਕੇਤ, ਸੋਢੀ ਕੁਲ ਦੇ ਤੁਜਾ ਸਰੂਪ ਸਤਿਗੁਰਾਂ ਨੇ ਭਾਈ ਕੋਮਲ ਤੇ ਮਿੱਠੇ ਬਚਨ ਕਹੇ। ਜਥਾ ਜੋਗ ਭਾਖਤ ਤੁਮ ਭਰਾਤਾ, ਮਹਾਰਾਜ ਕਹਿੰਦੇ ਵੀ ਹੇ ਭਰਾ ਤੂੰ ਗੱਲ ਤੇ ਬਿਲਕੁਲ ਸਹੀ ਕਹਿਣਾ, ਜਥਾ ਜੋਗ ਕਹੀ ਹੈ, ਸਹੀ ਕਹੀ ਹੈ। ਤਉ ਸੁਨੋ ਹਮਕੋ ਬਿਰਤਾਂਤਾ, ਫੇਰ ਵੀ ਤੂੰ ਭਾਈ ਸਾਡੇ ਵੱਲੋਂ ਵੀ ਇਹ ਸਾਰਾ ਹਾਲ ਸੁਣ ਲੈ। ਇਮ ਕਹਿ ਬਹੁ ਸਮਝਾਵਨ ਕਰਿਓ, ਇਸ ਤਰ੍ਹਾਂ ਕਹਿ ਕਿ ਮਹਾਰਾਜ ਨੇ ਬਹੁਤ ਸਮਝਾਇਆ ਵੀ ਐ ਸੰਹਾਰੀ ਮੱਲ ਇੱਕ ਤੇ ਹੁਣ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਅੰਮ੍ਰਿਤਸਰ ਜਿਹੜਾ ਪਹਿਲਾਂ ਹੁਣ ਅੰਮ੍ਰਿਤ ਸਰੋਵਰ ਤਿਆਰ ਹੋਣ ਲੱਗਿਆ, ਇਹ ਅੰਮ੍ਰਿਤ ਸਰੋਵਰ ਦੀ ਇੱਥੇ ਖੁਦਾਈ ਸ਼ੁਰੂਆਤ ਕੀਤੀ ਹੈ ਸੇਵਾ। ਫਿਰ ਦੇਖ ਸੰਗਤਾਂ ਹੁਣ ਬਹੁਤ ਜ਼ਿਆਦਾ ਚਾਰੇ ਪਾਸਿਆਂ ਤੋਂ ਵੱਧ ਕੇ ਆ ਰਹੀਆਂ,
ਕਿਉਂਕਿ 22 ਤਾਂ ਮੰਜੀਆਂ ਮਹਾਰਾਜ ਨੇ ਬਖਸ਼ਿਸ਼ ਕਰਤੀਆਂ, ਕਿੱਥੋਂ ਕਿਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ। ਇੱਕ ਤੇ ਇਹ ਜ਼ਰੂਰੀ ਹੈ ਸਾਡਾ ਹਾਜ਼ਰ ਰਹਿਣਾ। ਦੂਜਾ ਭਾਈ ਸੰਹਾਰੀ ਮੱਲ ਵੀ ਦੇਖ, ਫਿਰ ਤੇਰੇ ਉੱਥੇ ਘਰ ਆਵਾਂਗੇ, ਵਿਆਹ ਕਾਰਜ, ਉੱਥੇ ਰਿਸ਼ਤੇਦਾਰ ਸਾਕ ਸੰਬੰਧੀ ਤੇਰੇ ਮਿੱਤਰ ਹੋਰ ਮਿਲਣਸਾਰ ਵਾਲੇ ਆਉਣੇ ਐ, ਤੇ ਅਸੀਂ ਚਲੇ ਗਏ ਨਾਲ ਸੰਗਤਾਂ ਦਾ ਹੜ੍ਹ ਆ ਜਾਣਾ, ਤੇ ਵਿਆਹ ਕਾਰਜ ਦੇ ਵਿੱਚ ਇਹ ਫਿਰ ਕਾਰਜ ਮੁਸ਼ਕਲ ਹੋ ਜੂ। ਜੇ ਸੰਗਤ ਦਾ ਸੇਵਾ ਸਨਮਾਨ ਨਾ ਹੋਇਆ ਉਹ ਵੀ ਮਾੜੀ ਗੱਲ ਹੈ, ਗੁਰੂ ਨਾਨਕ ਦੀ ਸੰਗਤ ਹੈ। ਫਿਰ ਸੰਹਾਰੀ ਮੱਲ ਬਰਾਤ ਜਾਵਾਂਗੇ, ਜਿਹੜੀਆਂ ਸੰਗਤਾਂ ਨੂੰ ਪਤਾ ਲੱਗਿਆ ਉਹ ਉੱਥੇ ਪਹੁੰਚਣਗੀਆਂ, ਮਨਾ ਕਿਸੇ ਨੂੰ ਕਰ ਨਹੀਂ ਸਕਦੇ। ਉਹ ਲੜਕੀ ਵਾਲੇ ਪਰਿਵਾਰ ਤੇ ਅੱਗੋਂ ਵੱਧ ਬੋਝ ਪਊਗਾ, ਹੁਣ ਓਨਾ ਹੀ ਵੱਡਾ ਲੰਗਰ ਪਾਣੀ ਤਿਆਰ ਕਰਨਾ ਪਊ। ਇਸ ਕਰਕੇ ਬਹੁਤ ਕਾਰਨ ਹਨ। ਤੋ ਸਤਿਗੁਰੂ ਜੀ ਨੇ ਕਹਿ ਬਹੁਤ ਸਮਝਾਵਨ ਕਰਿਓ, ਇਸ ਤਰ੍ਹਾਂ ਕਹਿ ਕੇ ਬਹੁਤ ਸਮਝਾਇਆ ਹੈ। ਇੱਕ ਸੁੱਤ ਸੰਗ ਦੇਨ ਹਿਤ ਧਰਿਓ, ਤੇ ਮਹਾਰਾਜ ਕਹਿੰਦੇ ਹਾਂ ਅਸੀਂ ਆਪਣਾ ਇੱਕ ਪੁੱਤਰ ਤੇਰੇ ਨਾਲ ਭੇਜਦੇ ਹਾਂ, ਪੁਨ ਸ੍ਰੀ ਰਾਮਦਾਸ ਸੁਖ ਰਾਸੀ। ਫਿਰ ਭਾਈ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੁੱਖਾਂ ਦੀ ਰਾਸ ਸਤਿਗੁਰੂ ਜੀ ਨੇ ਪ੍ਰਿਥੀ ਚੰਦ ਬੁਲਵਾ ਇਸ ਪਾਸੀ। ਵੱਡੇ ਪੁੱਤਰ ਆਪਣੇ ਬਾਬਾ ਪ੍ਰਿਥੀ ਚੰਦ ਜੀ ਨੂੰ ਕੋਲ ਬੁਲਾਇਆ ਹੈ। ਆਇਓ ਨਿਕਟ ਤਬੈ ਗੁਰ ਕਹਿਓ। ਜਦੋਂ ਬਾਬਾ ਪ੍ਰਿਥੀ ਚੰਦ ਜੀ ਕੋਲ ਆਏ, ਸਤਿਗੁਰਾਂ ਨੇ ਕਿਹਾ ਉਸ ਨੂੰ, ਤੁਮ ਚਾਚਾ ਸੁਤ ਵਿਆਹ ਸੋ ਲਹਿਓ। ਪੁੱਤਰ ਤੂੰ ਵੱਡਾ ਪੁੱਤ ਹੈ, ਸਾਡੀ ਜਗ੍ਹਾ ਤੇ ਆਪਣੇ ਚਾਚੇ ਦੇ ਨਾਲ ਇਹਦੇ ਪੁੱਤਰ ਦੇ ਵਿਆਹ ਤੇ ਜਾਓ ਤਹਾਂ ਭਲ ਵਿਆਹ ਕਰੀ ਜੈ। ਉੱਥੇ ਜਾ ਕੇ ਭਲੀ ਪ੍ਰਕਾਰ ਵਿਆਹ ਕਾਰਜ ਸੰਪੂਰਨ ਕਰਨਾ। ਕੇਤਕ ਦਿਨ ਬਸ ਆਵਨ ਕੀਜੈ। ਕੁਝ ਦਿਨ ਉੱਥੇ ਰਹਿ ਕਰਕੇ ਸਾਰਾ ਕਾਰਜ ਸੰਪੂਰਨ ਕਰਕੇ ਫੇਰ ਆ ਜਾਣਾ। ਸੁਣ ਕਰ ਪ੍ਰਿਥੀ ਚੰਦ ਪਿਤ ਬਾਣੀ। ਇਹ ਸੁਣ ਕੇ ਬਾਬਾ ਪ੍ਰਿਥੀ ਚੰਦ ਜੀ ਨੇ ਪਿਤਾ ਦੇ ਬਚਨ ਕਰ ਵਿਚਾਰ ਤਬ ਐਸ ਬਖਾਨੀ। ਆਪਣੇ ਮਨ ਵਿੱਚ ਵਿਚਾਰ ਕੀਤੀ ਤੇ ਮਹਾਰਾਜ ਨੂੰ ਇਉਂ ਕਹਿ ਦਿੱਤਾ, ਆਪ ਬਿਲੋਕਤ ਹੋ ਸਭ ਸਮੇਂ। ਕਹਿੰਦੇ ਮਹਾਰਾਜ ਜੀ ਆਪ ਤੁਸੀਂ ਹੁਣ ਦੇਖਦੇ ਹੀ ਹੋ ਇਹ ਗੱਲ ਕਿ ਹਰ ਸਮੇਂ ਹੀ ਰਹਿਤ ਕਾਜ ਜਿਸ ਵਿਦ ਕੇ ਹਮੇ। ਮੈਨੂੰ ਦੇਖੋ ਕਿੰਨੇ ਤਰ੍ਹਾਂ ਦੇ ਇੱਥੇ ਮੈਨੂੰ ਕੰਮ ਰਹਿੰਦੇ ਹਨ। ਦੇਨ ਲੈਨ ਨਿਤ ਹੋਤ ਹਜ਼ਾਰਨ। ਦੇਣ ਲੈਣ ਦੇ ਵਾਸਤੇ ਕਿੰਨਾ ਜਿਹੜਾ ਹਜ਼ਾਰਾਂ ਦਾ ਜਿਹੜਾ ਦੇਣਾ ਲੈਣਾ ਹੁੰਦਾ ਹੈ। ਇੱਕ ਆਵਤ ਇੱਕ ਕਰਤ ਸਿਧਾਰਨ। ਕਿੰਨੇ ਮਿਲਣ ਵਾਸਤੇ ਆਉਂਦੇ, ਇੱਕ ਆਉਂਦਾ ਇੱਕ ਇੱਥੋਂ ਜਾ ਰਿਹਾ। ਖਰਚ ਦੇਗ ਕੋ ਸਦਾ ਸੰਭਾਰਤ। ਫਿਰ ਮਹਾਰਾਜ ਸਾਰਾ ਲੰਗਰ ਦਾ ਖਰਚਾ ਉਹ ਮੈਂ ਸੰਭਾਲ ਰਿਹਾ ਹਾਂ। ਇਹ ਬਾਬਾ ਪ੍ਰਿਥੀ ਚੰਦ ਗੁਰਮੁਖੋ ਸਾਂਭ ਸੰਭਾਲ ਕਾਰਜ ਚਲਾਉਣ ਵਿੱਚ ਬੜਾ ਜਿਹੜਾ ਤੇਜ ਸਨ। ਦੇਖੋ ਸਾਰੇ ਕਾਰਜ ਚਲਾ ਰਹੇ, ਜਿੰਨੇ ਵੀ ਸਾਰੀਆਂ ਜ਼ਿੰਮੇਵਾਰੀਆਂ ਲੰਗਰ ਦੀਆਂ, ਕੀ ਕੋਈ ਇਮਾਰਤ ਬਣ ਰਹੀ ਹੈ, ਕੋਈ ਘਰ ਮਕਾਨ ਉਹ ਸਾਰੀ, ਫਿਰ ਇਧਰ ਕਾਰ ਸੇਵਾ ਦੇ ਵਿੱਚ ਕੋਈ ਕਿੰਨੇ ਮਾਇਆ ਦਿੱਤੀ ਹੈ ਕਿਹਨੂੰ, ਹੁਣ ਕੋਈ ਸਾਰਾ ਕੁਝ ਜਿੰਨਾ ਵੀ ਹੈ ਉਹ ਲੈਣਾ ਸੰਭਾਲਣਾ, ਫਿਰ ਗਾਂਹ ਜੋ ਸਮਾਨ ਆਉਣਾ ਉਹਨਾਂ ਨੂੰ, ਇਹ ਸਾਰੇ ਕਾਰਜ ਕਰਦੇ ਸੀ। ਔਰ ਉਹ ਗੱਲ ਤੇ ਹੈ ਕਿ ਮਹਾਰਾਜ ਦੀ ਹੈ ਤਾਂ ਖੇਡ ਹੀ। ਕਈ ਹੁਣ ਬੜੇ ਹੋਰ ਸ਼ਬਦਾਂ ਵਿੱਚ ਬਾਬਾ ਪ੍ਰਿਥੀ ਚੰਦ ਜੀ ਨੂੰ ਬੜੇ ਨਿੰਦਕ ਗੱਲ ਦੇ ਨਾਲ ਸੰਬੋਧਨ ਕਰਦੇ ਹੈ। ਗੁਰਮੁਖੋ ਆਪਾਂ ਤਾਂ ਸਤਕਾਰ ਸਹਿਤ ਹੀ ਹੈ, ਗੁਰੂ ਪੁੱਤਰ ਹੈ, ਫਿਰ ਸ਼ਕਤੀਆਂ ਵੀ ਨੇ। ਜਿਹੜਾ ਗੁਰੂ ਘਰ ਦੇ ਵਿੱਚ ਪੈਦਾ ਹੋਇਆ, ਗੁਰੂ ਰਾਮਦਾਸ ਪਿਤਾ ਤੇ ਇੰਨੀ ਬੰਦਗੀ ਵਾਲੀ ਬ੍ਰਹਮ ਗਿਆਨ ਤਰੂ ਮਾਤਾ ਭਾਨੀ ਜੀ, ਹੁਣ ਉਸ ਘਰ ਦੇ ਵਿੱਚ ਕੋਈ ਐਸੀ ਤਾਂ ਨਹੀਂ ਕੋਈ ਆਤਮਾ, ਇਹ ਤਾਂ ਖੇਡ ਹੈ। ਮਹਾਰਾਜ ਨੇ ਉਹਦਾ ਬੁੱਧੀ ਮਾਇਆ ਪਾ ਕੇ ਉਸ ਤਰ੍ਹਾਂ ਦੀ ਕੀਤੀ ਹੋਈ ਸੀ। ਸਤਿਗੁਰੂ ਸਾਰੇ ਸੰਸਾਰ ਨੂੰ ਗੁਰਮੁਖੋ ਸਿੱਖਿਆ ਦੇ ਰਹੇ ਹੈ। ਇਹ ਤਾਂ ਮਹਾਰਾਜ ਦੀ ਖੇਡ ਹੈ ਨਾ। ਹੁਣ ਇਉਂ ਤਾਂ ਬਹੁਤ ਐਸੇ ਸਨ ਜਿਨ੍ਹਾਂ ਕਿਸੇ ਨੇ ਇਹ ਗੱਲਾਂ ਵੀ ਇਹੋ ਜਿਹੀਆਂ ਕਹੀਆਂ। 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਧਰ ਜੀ ਤੇ
ਸਮੀਰ ਦਾ ਮਾਮਾ ਸੀ ਲੱਖੂ, ਜਲਾਲਾਬਾਦ ਕੰਨੀ ਦਾ। ਇੱਧਰ ਜਦੋਂ ਸਮੀਰ ਜਿਹੜਾ ਹੈ ਉਹਨੂੰ ਕਹਿਤਾ 10ਵੇਂ ਪਾਤਸ਼ਾਹ ਨੇ, ਜਾ ਤੇਰਾ ਰਾਜ ਭਾਗ ਕਾਇਮ ਕਰ ਦਿਆਂਗੇ। ਉਹਦੀ ਹੁਣ ਸ਼ਰਧਾ ਨਹੀਂ ਸੀ, ਉਹਨੇ ਇਹੋ ਜਿਹੇ ਬੋਲ ਬੋਲੇ, ਲੈ ਆਪਦਾ ਆਨੰਦਪੁਰ ਸਾਹਿਬ ਤਾਂ ਰੱਖ ਨਹੀਂ ਹੋਇਆ ਤੇ ਤੈਨੂੰ ਰਾਜ ਭਾਗ ਦੇ ਦੂੰ। ਬਹੁਤ ਐਸੇ ਕਹਿਣ ਵਾਲੇ ਸੀ, ਆਪਦੇ ਪੁੱਤਰ ਤਾਂ ਇੱਥੋਂ ਰੱਖ ਨੂੰ ਤੇ ਸ਼ਹੀਦ ਹੋ ਗਏ, ਦੂਜਿਆਂ ਨੂੰ ਪੁੱਤਰ ਬਖਸ਼ ਦੇ। ਇਹ ਮਹਾਰਾਜ ਦੀ ਗੁਰਮੁਖੋਂ ਖੇਡ ਹੈ। ਕਹਿਣ ਦਾ ਭਾਵ ਹੈ ਕਿ ਗੁਰੂ ਦਾ ਕੋਈ ਵੀ ਪੁੱਤਰ ਹੈ ਉਹਦਾ ਨਾਮ ਵੀ ਸਤਿਕਾਰ ਨਾਲ ਲੈਣਾ ਹੈ, ਤੇ ਉਹ ਜਿਹੜੇ ਕਥਾ ਖੇਡ ਹੈ ਉਹ ਸਾਰੀ ਮਹਾਰਾਜ ਦੀ ਇਸੇ ਭਾਵਨਾ ਨਾਲ ਸਮਝਣੀ ਹੈ। ਗੁਰੂ ਸਾਹਿਬ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਜਿਹੜਾ ਹੈ ਖਰਚ ਦੇਗ ਕੋ ਸਦਾ ਸੰਭਾਰਤ, ਲੰਗਰ ਦਾ ਖਰਚਾ ਹਮੇਸ਼ਾ ਸੰਭਾਲ ਰਿਹਾ ਹਾਂ। ਲੈ ਕਰ ਰਸਤ ਵਿਧਨ ਬਹੁ ਡਾਰਤ, ਫਿਰ ਰਸਤਾਂ ਲੈਣਾ ਬਹੁਤ ਤਰ੍ਹਾਂ ਦੀਆਂ, ਹੋਰ ਧਨ ਇਤਿਆਦਿਕ ਲੰਗਰਾਂ ਵਿੱਚ ਪਾਉਂਦਾ ਹਾਂ। ਕਿਸ ਛਿਨ ਮਮ ਅਵਕਾਸ਼ ਨ ਜਾਨੋ, ਕਿਸੇ ਵੇਲੇ ਵੀ ਮਹਾਰਾਜ ਜਾਣ ਲੋ ਕਿ ਮੈਨੂੰ ਤੇ ਟਾਈਮ ਹੀ ਨਹੀਂ ਹੈ ਕਿਸੇ ਪਾਸੇ ਜਾਣ ਦਾ। ਕੈਸੇ ਬਨੈ ਤਹਾ ਮਮ ਜਾਨੋ, ਮਹਾਰਾਜ ਜੀ ਉੱਥੇ ਮੇਰਾ ਜਾਣਾ ਭਲਾ ਦੱਸੋ ਕਿਵੇਂ ਬਣ ਸਕਦਾ ਇੰਨਾ ਕੁਝ ਛੱਡ ਕਰਕੇ। ਸੁਤ ਚਿਤ ਕੀ ਸਭ ਜਾਨ ਗੁਸਾਈ, ਪੁੱਤਰ ਦੇ ਚਿੱਤ ਦੀ ਸਭ ਤਰ੍ਹਾਂ ਕਰਕੇ ਮਾਲਕ ਸਤਿਗੁਰੂ ਜੀ ਨੇ ਜਾਣ ਕਰ ਮਹਾਦੇਵ ਪੁਨ ਲੀਨ ਬੁਲਾਈ। ਉਸ ਤੋਂ ਛੋਟੇ ਪੁੱਤਰ ਬਾਬੇ ਮਹਾਦੇਵ ਜੀ ਨੂੰ ਫਿਰ ਬੁਲਾਇਆ ਹੈ। ਆਇਓ ਤੇ ਸੰਗ ਕੀਨ ਉਚਾਰਾ, ਬਾਬਾ ਮਹਾਦੇਵ ਜੀ ਆਏ ਉਸ ਸੰਗ। ਮਹਾਰਾਜ ਨੇ ਉਸ ਨੂੰ ਵੀ ਇਸ ਤਰ੍ਹਾਂ ਕਿਹਾ, ਜਾਹੋ ਵਿਆਹੋ ਪਿਖ ਭਰਾਤ ਤੁਮਾਰਾ, ਪੁੱਤਰ ਜਾਓ ਵਿਆਹ ਕਾਰਜ ਵਿੱਚ ਆਪਣਾ ਭਰਾ ਵੇਖ ਕਰਕੇ। ਸੁਣ ਕਰ ਬੋਲਿਓ ਮਸਤ ਸੁਭਾਉ, ਉਹ ਸੁਣ ਕੇ ਮਸਤ ਸੁਭਾਅ ਨਾਲ ਕਹਿੰਦਾ ਹੈ, ਕੋ ਬੰਧੂ ਕਿਤ ਕੋ ਹੋਂ ਜਾਉ, ਕਿਹੜਾ ਮਹਾਰਾਜ ਕੋਈ ਰਿਸ਼ਤਾ, ਕਿਹੜਾ ਇੱਥੇ ਭਰਾ ਹੈ, ਕੌਣ ਇੱਥੇ ਚਾਚਾ ਤਾਇਆ, ਕਿੱਥੇ ਮੈਂ ਜਾਣਾ ਹੈ। ਨਹਿ ਮੇਰੀ ਕਿਸ ਸਾਥ ਚਿਨਾਰੀ, ਮਹਾਰਾਜ ਮੇਰੀ ਕਿਸੇ ਨਾਲ ਕੋਈ ਪਹਿਚਾਣ ਨਹੀਂ। ਨਹਿ ਚਾਹੋ ਮੈਂ ਕਰਤ ਅਗਾਰੀ, ਨਾ ਹੀ ਮੈਂ ਅੱਗੋਂ ਜੀ ਇਹੋ ਜਿਹੀ ਕੋਈ ਕਰਨੀ ਚਾਹੁੰਦਾ ਵੀ ਇੱਧਰ ਰਿਸ਼ਤਾ ਪਾਵਾਂ ਇੱਧਰ। ਮਹਾਰਾਜ ਕਿਹੜੇ ਇੱਥੇ ਰਿਸ਼ਤੇ ਹਨ, ਉਹ ਮਸਤ ਸੁਭਾਅ ਵਿੱਚ ਕਹਿ ਦਿੱਤਾ। ਇਮ ਕਹਿ ਮੌਨ ਭਇਓ ਤਿਸ ਕਾਲਾ, ਇਸ ਤਰ੍ਹਾਂ ਕਹਿ ਕੇ ਉਸੇ ਸਮੇਂ ਉਤੇ ਚੁੱਪ ਕਰ ਗਿਆ। ਜੋਗਮ ਪੁੱਤਰ ਇਮ ਹੇਰ ਕਿਰਪਾਲਾ, ਦੋਵੇਂ ਪੁੱਤਰਾਂ ਨੂੰ ਇਸ ਤਰ੍ਹਾਂ ਮਹਾਰਾਜ ਨੇ ਵੇਖ ਕੇ ਤਬ ਗੁਰ ਸ੍ਰੀ ਅਰਜਨ ਹੈ ਬੁਲਾਇਓ, ਤਬ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸੱਦਿਆ। ਸੁਨ ਕਰ ਤਾਤ ਕਾਲ ਚੱਲ ਆਇਓ, ਉਹ ਸੁਣ ਕੇ ਤੁਰੰਤ ਆ ਗਏ ਹਨ ਚੱਲ ਕੇ। ਕਰ ਜੋਰੇ ਥਿਰ ਨਿਮ ਅਗਾਰੀ, ਕਿਉਂ ਹੱਥ ਜੋੜ ਕੇ ਭਾਈ ਮਹਾਰਾਜ ਅੱਗੇ ਨਿਮੇ ਹਨ। ਕਹਿ ਪਿਤ ਬਨ ਸੋਤਿਆ ਇਸ ਕਾਰੀ, ਕਿਉਂ ਆਗਿਆਕਾਰੀ ਪੁੱਤਰ ਮਹਾਰਾਜ ਕਹਿੰਦੇ, ਕਹਿ ਪਿਤਾ ਸਤਿਗੁਰੂ ਕਹਿਣ ਲੱਗੇ ਤੂੰ ਆਗਿਆਕਾਰੀ ਪੁੱਤਰ ਬਣ। ਨਿਜ ਤਾਊ ਕੇ ਸੰਗ ਸਿਧਾਵ, ਆ ਆਪਣੇ ਤਾਏ ਸਹਾਰੀ ਮਲ ਦੇ ਨਾਲ ਤੂੰ ਚਲਿਆ ਜਾ। ਭਰਾਤ ਵਿਆਹ ਮੈਂ ਮਿਲ ਹਰ ਖਾਵੋ, ਆਪਣੇ ਭਰਾ ਦੇ ਵਿਆਹ ਵਿੱਚ ਕਾਰਜ ਕਰਨੇ ਮਿਲ ਕੇ ਖੁਸ਼ੀ ਮੰਨਣੀ ਹੈ। ਏਕ ਮਾਸ ਇਨ ਕੇ ਸੰਗ ਰਹੋ, ਇੱਕ ਮਹੀਨਾ ਮਹਾਰਾਜ ਕਹਿੰਦੇ ਤੂੰ ਭਾਈ ਉੱਥੇ ਰਹਿਣਾ। ਧੰਨ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਹੈ ਪੁੱਤਰ ਪੁਨ ਪਿਤ ਗ੍ਰਹਿ ਧਰਮਸਾਲ ਬਨਾਹੋ। ਫਿਰ ਜਿਹੜਾ ਹੈ ਪਿਤ ਗ੍ਰਹਿ ਆਪਣੇ ਪਿਤਾ ਘਰ ਭਾਵ ਜਿੱਥੇ ਸਾਡਾ ਸਥਾਨ ਹੈ, ਮਹਾਰਾਜ ਕਹਿੰਦੇ ਉਸ ਆਪਣੇ ਘਰ ਵਿੱਚ ਧਰਮਸਾਲ ਬਣਾਉਣੀ ਹੈ। ਜਨਮ ਸਥਲ ਸੋ ਹੈ ਹਮਾਰੂ, ਪੁੱਤਰ ਉਹ ਸਾਡਾ ਜਨਮ ਸਥਾਨ ਹੈ। ਬਨੈ ਜਬੈ ਤਹਿ ਡੇਰਾ ਡਾਰੂ, ਤੇ ਜਦੋਂ ਉਹ ਬਣ ਜਾਵੇ ਧਰਮਸਾਲ ਉੱਥੇ ਆਪਣਾ ਡੇਰਾ ਫਿਰ ਕਰ ਲੈਣਾ ਹੈ।
ਭਲੀ ਭਾਂਤ ਵਿਵਹਾਰ ਚਲਾਵੋ। ਭਲੀ ਪ੍ਰਕਾਰ ਚੰਗੀ ਤਰ੍ਹਾਂ ਸਾਰਾ ਕਾਰਜ ਚਲਾਓ। ਸਤ ਸੰਗਤ ਸਤਨਾਮ ਜਪਾਵੋ। ਤੇ ਸਤਸੰਗ ਵਿੱਚ ਸੱਚੇ ਨਾਮ ਨੂੰ ਜਪਾਉਣਾ ਕਰੋ। ਜਬ ਹਮ ਤੁਮ ਕੋ ਬੋਲ ਪਠਾਵੋ। ਜਦੋਂ ਪੁੱਤਰ ਤੈਨੂੰ ਅਸੀਂ ਬੋਲ ਕੇ ਸੱਦਾਂਗੇ। ਤਬ ਹਮਰੀ ਦਿਸ ਤੁਮ ਚੱਲ ਆਵੋ। ਉਦੋਂ ਤੂੰ ਸਾਡੇ ਵੱਲ ਚੱਲ ਕਰਕੇ ਆਉਣਾ ਹੈ। ਨਾਹੀਂ ਤਾਂ ਤਾਵਦ ਤਿਸ ਪੁਰ ਰਹੋ। ਨਹੀਂ ਤਾਂ ਉਨਾ ਸਮਾਂ ਤੁਸੀਂ ਉੱਥੇ ਹੀ ਰਹਿਣਾ ਹੈ। ਬਿਨ ਆਇਸ ਨਹਿ ਆਵਨ ਲਹੋ। ਬਿਨਾ ਆਗਿਆ ਤੋਂ ਹੇ ਪੁੱਤਰ ਤੂੰ ਇੱਥੇ ਆਉਣਾ ਨਹੀਂ। ਪਿਤਾ ਗੁਰੂ ਕੇ ਸੁਨ ਬਚ ਮਾਨੇ। ਤੋ ਪਿਤਾ ਗੁਰੂ ਜੀ ਦੇ ਇਹ ਭਾਈ ਬਚਨ ਸੁਣ ਕੇ ਮੰਨ ਲਏ। ਹਾਥ ਜੋੜ ਕਰ ਬਾਕ ਬਖਾਨੇ। ਹੱਥ ਜੋੜ ਕਰਕੇ ਫਿਰ ਬਚਨ ਕਹੇ ਹਨ, ਬੇਨਤੀ ਕੀਤੀ ਹੈ। ਹੇ ਪਿਤ ਸਤ ਬਚਨ ਅਬ ਜਾਵੂੰ। ਹੇ ਪਿਤਾ ਸਤ ਬਚਨ ਹੈ, ਮੈਂ ਹੁਣ ਜਾਂਦਾ ਹਾਂ। ਬਿਨ ਬੁਲਾਏ ਨਹਿ ਆਪੈ ਆਵੂੰ। ਬਿਨਾਂ ਬੁਲਾਏ ਤੂੰ ਮੈਂ ਆਪਣੇ ਆਪ ਨਹੀਂ ਆਵਾਂਗਾ। ਪਰ ਇੱਕ ਅਰਜੀ ਸੁਨੋ ਹਮਾਰੀ। ਪਰ ਇੱਕ ਬੇਨਤੀ ਸਤਿਗੁਰੂ ਮੇਰੀ ਸੁਣ ਲਓ। ਪਿਤ ਜੀ ਲੀਜੈ ਤੁਰਤ ਹਕਾਰੀ। ਹੇ ਪਿਤਾ ਸਤਿਗੁਰੂ ਮੈਨੂੰ ਤੁਰੰਤ ਸੱਦ ਲਿਓ। ਫਿਰ ਕਹਿ ਸ੍ਰੀ ਅਰਜਨ ਸਰਲ ਸੁਭਾਉ। ਇਉਂ ਕਹਿ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਸਰਲ ਸੁਭਾਅ ਵਾਲੇ ਹਨ। ਭਏ ਤਿਆਰ ਚੱਲ ਬੇ ਸੰਗ ਤਾਊ। ਆਪਣੇ ਤਾਏ ਨਾਲ ਚੱਲਣ ਵਾਸਤੇ ਤਿਆਰ ਹੋਏ। ਜਨਨੀ ਭਾਨੀ ਕੇ ਟਹਿਗ ਗਏ। ਮਾਤਾ ਭਾਨੀ ਜੀ ਕੋਲ ਗਏ ਹਨ। ਚੱਲਨ ਬਿਰਤਾਂਤ ਸਕਲ ਕਹਿ ਦਏ। ਜੋ ਜਾਣਦਾ ਲਾਹੌਰ ਨੂੰ ਬਿਰਤਾਂਤ ਸਭ ਦੱਸ ਦਿੱਤਾ। ਕਰਿਓ ਸਨੇਹ ਅੰਕ ਬੈਠਾਰੇ। ਮਾਤਾ ਭਾਨੀ ਨੇ ਗੋਦ ਵਿੱਚ ਬਿਠਾ ਕੇ ਪ੍ਰੇਮ ਕੀਤਾ। ਮਸਤਕ ਸੂੰਗਤ ਭਾਗ ਉਦਾਰੇ। ਇਉਂ ਭਾਈ ਮਹਾਨ ਭਾਗਾਂ ਵਾਲੇ ਪੁੱਤਰ ਦੇ ਮੱਥੇ ਨੂੰ ਚੁੰਮਦੇ ਸੁੰਘਦੇ ਹਨ, ਚੁੰਮਦੇ ਹਨ। ਸੁਨੋ ਪੁੱਤਰ ਪਿਤ ਆਇਸ ਕਰੋ। ਹੇ ਪੁੱਤਰ ਸੁਣ, ਪਿਤਾ ਦੀ ਆਗਿਆ ਮੁਤਾਬਕ ਹੀ ਸਭ ਕਾਰਜ ਕਰਨੇ। ਇਸ ਮਹਿ ਨਿਜ ਹਿਤ ਨਿਤ ਅਨਸਰੋ। ਇਹਦੇ ਵਿੱਚ ਹੀ ਆਪਣੇ ਭਲੇ ਵਾਸਤੇ ਹਮੇਸ਼ਾ ਅਨੁਸਾਰੀ ਰਹਿਣਾ ਹੈ। ਨਾਹੀਂ ਤਾਂ ਗੁਰ ਤਾ ਘਰ ਤੇ ਜਾਵੇ। ਤੂੰ ਹੁਕਮ ਮੰਨਣਾ ਹੈ, ਨਹੀਂ ਤਾਂ ਫਿਰ ਇਹ ਜਿਹੜੀ ਗੁਰਤਾ ਘਰ ਤੋਂ ਚਲੀ ਜਾਵੇਗੀ। ਸੇਵਾ ਕਰਹਿ ਦਾਸ ਕੋ ਪਾਵੇ। ਇਹ ਤਾਂ ਜਿਹੜਾ ਸੇਵਾ ਕਰਦਾ ਨਾ ਦਾਸ ਬਣ ਕੇ ਉਹਨੂੰ ਪ੍ਰਾਪਤ ਹੁੰਦੀ ਹੈ। ਹੇ ਸੁਤ ਸ੍ਰੀ ਨਾਨਕ ਜੀ ਆਦ। ਹੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ। ਦਈ ਦਾਸ ਕੋ ਕੀਐ ਹੈਲਾਦ। ਉਹਨਾਂ ਨੇ ਪ੍ਰੇਮ ਕਰਕੇ ਦੇਖੋ ਸੇਵਕ ਨੂੰ ਗੁਰਤਾ ਬਖਸ਼ੀ। ਤੈਮ ਸ੍ਰੀ ਅੰਗਦ ਅਰਪਿਤ ਮੇਰੇ। ਉਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਤਰ ਮੇਰੇ ਪਿਤਾ ਸਤਿਗੁਰੂ ਜੀ ਨੂੰ ਦੇਤ ਭਏ ਪਿਖ ਸੇਵ ਕਨੇਰੇ। ਉਹਨਾਂ ਦੀ ਬਹੁਤੀ ਸੇਵਾ ਵੇਖ ਕੇ ਗੁਰਤਾ ਬਖਸ਼ਿਸ਼ ਕੀਤੀ। ਤਿਨ ਕੇ ਸਮ ਤੁਮ ਘਾਲੋ ਘਾਲ। ਉਹਨਾਂ ਵਾਂਗੂ ਹੀ ਪੁੱਤਰ ਤੂੰ ਵੀ ਸੇਵਾ ਘਾਲ ਕਮਾਈ ਕਰ। ਆਇਸ ਅਨੁਸਾਰੀ ਸਭ ਕਾਲ। ਪਿਤਾ ਦੇ ਹੁਕਮ ਵਿੱਚ ਹੀ ਹਰ ਸਮੇਂ ਰਹਿਣਾ ਹੈ। ਨਹੀਂ ਗੁਰਨ ਕੈ ਮੋਹਿ ਕਦਾਈ। ਨਹੀਂ ਦੇਖ ਗੁਰੂ ਸਾਹਿਬ ਜੀ ਨੇ ਮੋਹਿ ਕਦੇ ਵੀ। ਹਰੀਜੈ ਸੇਵਕ ਦੇ ਵਡਿਆਈ। ਕੋਈ ਭਾਈ ਕਿਸੇ ਸੇਵਕ ਤੇ ਜੀਤੇ ਵੀ ਮਹਾਰਾਜ ਦੀ ਪ੍ਰਸੰਨਤਾ ਹੋਊਗੀ ਉਹਨੂੰ ਵਡਿਆਈ ਦੇਣਗੇ। ਇਸ ਚਿੰਤਾ ਮੈਂ ਚਿਤ ਨਿਤ ਮੇਰੋ। ਇਸੇ ਚਿੰਤਾ ਵਿੱਚ ਮੈਂ ਹਮੇਸ਼ਾ ਚਿੰਤਨ ਕਰਦੀ ਹਾਂ। ਤੋ ਪਰ ਏਕ ਭਰੋਸਾ ਹੀਰੋ। ਮੈਂ ਇੱਕ ਤੇਰੇ ਤੇ ਭਰੋਸਾ ਵੇਖਦੀ ਹਾਂ। ਇਮ ਸਮਝਾਇਓ ਮਾਤਾ ਭਲੇ।
ਇਉਂ ਭਾਈ ਭਲੀ ਪ੍ਰਕਾਰ ਮਾਤਾ ਭਾਨੀ ਨੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸਮਝਾਇਆ ਹੈ। ਜਾਹੋ ਪੁੱਤਰ ਪਿਤੇ ਆਇਸ ਚੱਲੇ, ਜਾ ਪੁੱਤਰ ਪਿਤਾ ਦੀ ਆਗਿਆ ਵਿੱਚ ਚੱਲਣਾ ਹੈ। ਸਾਦਰ ਸੀਖ ਮਾਤ ਕੀ ਮਾਨੀ, ਸਤਿਕਾਰ ਨਾਲ ਮਾਤਾ ਦੀ ਸਿੱਖਿਆ ਨੂੰ ਸਤਿਗੁਰਾਂ ਮੰਨਿਆ। ਸੀਸ ਨਮਰ ਕਰ ਬੰਦਨ ਠਾਨੀ, ਸੀਸ ਨਵਾ ਕੇ ਨਮਸਕਾਰ ਕੀਤੀ। ਵਿਦਾ ਹੋਏ ਜਨਨੀ ਤੇ ਨਿਕਸੇ, ਵਿਦਾ ਹੋ ਕੇ ਮਾਂ ਕੋਲੋਂ ਚੱਲ ਪਏ। ਕਮਲ ਪੱਤਰ ਸੇ ਲੋਚਨ ਬਿਕਸੇ, ਕਮਲ ਦੇ ਪੱਤਿਆਂ ਵਰਗੇ ਜਿਹੜੇ ਅੱਖਾਂ ਨੇਤਰ ਹਨ ਬਿਕਸੇ ਖਿੜੇ ਹਨ। ਬਹੁਰ ਪਿਤਾ ਕੋ ਕਰ ਕੈ ਨਮੋ, ਫਿਰ ਭਾਈ ਪਿਤਾ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਤਾਊ ਸੰਗ ਚੱਲੇ ਤੇ ਸਮੋ, ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਤਾਇਆ ਸਹਾਰੀ ਮੱਲ ਦੇ ਨਾਲ ਉਸ ਸਮੇਂ ਚੱਲ ਪਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਚਤੁਰਥ ਮਹੱਲੇ ਭਾਵ ਗੁਰੂ ਅਰਜਨ ਦੇਵ ਮਹਾਰਾਜ ਚਤੁਰਥ ਚੌਥੇ ਮਹੱਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਵਨ ਪ੍ਰਸੰਗ, ਸ੍ਰੀ ਅਰਜਨ ਦੇਵ ਜੀ ਲਾਹੌਰ ਗਮਨ ਪ੍ਰਸੰਗ ਵਰਣਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਥੋਂ ਲਾਹੌਰ ਵਿਆਹ ਕਾਰਜ ਵਿੱਚ ਜਾਣ ਦਾ ਇਹ ਪ੍ਰਸੰਗ ਵਰਣਨ ਕੀਤਾ। ਨਾਮ ਖਸਤਮ ਮੰਦਰ ਹੈ, 6ਵੇਂ ਘਰ ਦਾ ਇਹ ਪ੍ਰਸੰਗ ਹੈ। ਆਓ ਸਮਾਂ ਹੋ ਗਿਆ ਹੈ, ਕੱਲ ਅੱਗੇ ਆਪਾਂ ਭਾਈ ਅਗਲਾ ਇਤਿਹਾਸ ਪੜ੍ਹਾ ਸੁਣਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।